ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੈ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਟਲ ਚਵਰ ਛਤਰ ਤਖਤਾਂ ਦੇ ਮਾਲਕ 10 ਪਾਤਸ਼ਾਹੀਆਂ ਦਾ ਆਤਮਕ ਸਵਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਵਿੱਤਰ ਦਰਸ਼ਨ ਦਿਦਾਰਾ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਅੰਦਰ ਆਣ ਕਰਕੇ ਆਪਣਾ ਸੀਸ ਝੁਕਾ ਰਹੇ ਹਾਂ। ਸਤਿਗੁਰਾਂ ਨੂੰ ਅੰਜਲੀਆਂ ਅਥਵਾ ਡੰਡੌਤ ਕਰ ਰਹੇ ਹਾਂ ਕਿਉਂਕਿ ਅੱਜ ਦਾ ਜੋ ਪਵਿੱਤਰ ਸ਼ਬਦ ਹੈ ਉਸ ਦੇ ਅੰਦਰ ਵੀ ਸਤਿਗੁਰਾਂ ਨੇ ਮੱਥਾ ਟੇਕਣ ਦੀ ਜੋ ਵਿਧੀ ਹੈ
ਜੋ ਅਸਲੀ ਤਰੀਕਾ ਹੈ ਮੱਥਾ ਟੇਕਣ ਦਾ, ਉਹ ਸਤਿਗੁਰਾਂ ਨੇ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤਾ ਹੈ ਕਿ ਕਿਸ ਪ੍ਰਕਾਰ ਦੇ ਨਾਲ ਸਤਿਗੁਰਾਂ ਅੱਗੇ ਸੀਸ ਝੁਕਾਉਣਾ ਹੈ। ਪਿਛਲੇ ਸ਼ਬਦ ਦੇ ਅੰਦਰ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜੋ ਕੀਰਤਨ ਸੋਹਿਲਾ ਸਾਹਿਬ ਪਵਿੱਤਰ ਬਾਣੀ, ਤਿਸ ਦੀ ਜੋ ਲੜੀਵਾਰ ਕਥਾ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ, ਜਿਸ ਦੇ ਅੰਦਰ ਜੋ ਪਹਿਲੇ 3 ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸ਼ਬਦ ਪਵਿੱਤਰ ਆਏ ਹਨ, ਤਿਨਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ। ਕੱਲ੍ਹ ਦੇ ਦੀਵਾਨ ਅੰਦਰ 2 ਸ਼ਬਦਾਂ ਦੀ ਵਿਚਾਰ ਸਰਵਣ ਕੀਤੀ ਸੀ, 6 ਘਰ 6 ਗੁਰ 6 ਉਪਦੇਸ਼। ਪਰ ਸਤਿਗੁਰੂ ਬਖਸ਼ਿਸ਼ ਕਰਦੇ ਇਹਨਾਂ ਵੱਖ-ਵੱਖ ਸ਼ਾਸਤਰਾਂ ਦੇ ਵੱਖ-ਵੱਖ ਉਪਦੇਸ਼ਾਂ ਦੇ ਵੱਖ-ਵੱਖ ਗੁਰੂ ਹਨ, ਪਰ ਇਹਨਾਂ ਸਾਰਿਆਂ ਦੇ ਸਿਰ ਦੇ ਉੱਪਰ ਜਿਹੜਾ ਸਭਨਾਂ ਦਾ ਗੁਰੂ ਹੈ ਨਾ, ਉਹ ਪਰਮੇਸ਼ਰ ਆਪ ਹੀ ਹੈ। ਉਸ ਦੇ ਹੀ ਕੌਤਕ ਹਨ ਇਹ ਸਾਰੇ ਅੱਡੋ ਅੱਡ, ਉਸ ਦੇ ਰੂਪ ਹੋ ਕਰਕੇ ਹੀ ਸਾਰੇ ਵੱਖ-ਵੱਖ ਦਿਸ ਰਹੇ ਹਨ। ਅਤੇ ਅਗਲੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਜੋ ਪਰਮੇਸ਼ਰ ਦੀ ਆਰਤੀ ਕਰਨ ਦੀ ਵਿਧੀ ਹੈ, ਉਹ ਸਤਿਗੁਰਾਂ ਨੇ ਸੰਪੂਰਨ ਵਿਧੀ ਦੱਸ ਦਿੱਤੀ ਕਿ ਉਸ ਪਰਮੇਸ਼ਰ ਦੀ ਜਿਹੜੀ ਆਰਤੀ ਹੈ ਉਸ ਕਿਸ ਤਰੀਕੇ ਨਾਲ ਹੋਣੀ ਹੈ। ਕਿਉਂਕਿ ਜਿਹੜੇ ਪੰਡਿਤ ਲੋਕ ਉਹ ਛੋਟੇ ਜਿਹੇ ਥਾਲ ਦੇ ਅੰਦਰ ਜੋ 2 ਦੀਵੇ ਰੱਖ ਕਰਕੇ ਅਥਵਾ ਮੋਤੀ ਰੱਖ ਕਰਕੇ ਜੋ ਘੁਮਾ ਕੇ ਆਰਤੀ ਉਤਾਰਦੇ ਹਨ ਪਰਮੇਸ਼ਰ ਦੀ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਿੱਖਾਂ ਦੇ ਉੱਪਰ ਅਜਿਹੀ ਬਖਸ਼ਿਸ਼ ਕਰ ਦਿੱਤੀ ਕਿ ਸਤਿਗੁਰੂ ਨੇ ਫਰਮਾਇਆ ਕਿ ਜਿਹੜੀ ਇਹ ਕਾਇਨਾਤ ਸਾਰੀ ਹੀ ਉਸ ਪਰਮੇਸ਼ਰ ਦੀ ਆਰਤੀ ਕਰ ਰਹੀ ਹੈ, ਅਸੀਂ ਤਾਂ ਉਸ ਦੇ ਵਿੱਚ ਸ਼ਾਮਿਲ ਹੋਣਾ ਹੈ। ਇਤਨਾ ਵਿਸ਼ਾਲ ਪਰਮੇਸ਼ਰ ਤੇ ਉਸ ਦੀ ਆਰਤੀ ਵੀ ਇਤਨੀ ਵਿਸ਼ਾਲ ਹੀ ਹੋਵੇਗੀ। ਜਿਤਨਾ ਵੱਡਾ ਪਰਮੇਸ਼ਰ ਹੈ, ਥਾਲ ਵੀ ਉਸ ਦੇ ਅੱਗੇ ਉਤਨਾ ਹੀ ਵਿਸ਼ਾਲ ਚਾਹੀਦਾ ਹੈ। ਸਤਿਗੁਰਾਂ ਨੇ ਆਕਾਸ਼ ਰੂਪੀ ਥਾਲ ਲੈ ਕਰਕੇ ਸੂਰਜ ਤੇ ਚੰਦਰਮਾ 2 ਦੀਵੇ ਵਿੱਚ ਰੱਖ ਦਿੱਤੇ, ਸਾਰੇ ਤਾਰਿਆਂ ਦਾ ਮੰਡਲ ਜਿਹੜਾ ਸਮੂਹ ਸੀ ਉਸ ਨੂੰ ਮੋਤੀ ਬਣਾ ਕਰਕੇ, ਤੇ ਜਿਹੜੀ ਮਲਿਆਗਰ ਪਹਾੜ ਤੋਂ ਜਿਹੜੀ ਖੁਸ਼ਬੂ ਆਉਂਦੀ ਹੈ ਉਸ ਨੂੰ ਧੂਫ ਧੁਖਾ ਕਰਕੇ, ਤੇ ਜਿਹੜੀ ਸਾਰੀ ਫੁੱਲਾਂ ਦੀ ਬਨਸਪਤੀ ਹੈ ਉਸ ਨੂੰ ਸਤਿਗੁਰਾਂ ਨੇ ਕਿਹਾ ਕਿ ਇਹ ਬਨਸਪਤੀ ਸ਼ੋਭ ਰਹੀ ਹੈ ਫੁੱਲਾਂ ਦੀ, 18 ਭਾਰ ਬਨਸਪਤੀ ਹੈ ਜਿਹੜੀ। ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਨੇ ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਪਵਨ ਚਵਰੋ ਕਰੇ। ਜਿਹੜੀ ਹਵਾ ਹੈ, ਹਵਾ ਦੇ ਨਾਲ ਬਿਰਖ ਝੂਲਦੇ ਹਨ ਤਾਂ ਉਹ ਚਾਵਰ ਹੋ ਰਿਹਾ ਹੈ ਪਰਮੇਸ਼ਰ ਤੇ। ਸਗਲ ਬਨਰਾਏ ਫੂਲੰਤ ਜੋਤੀ, ਕਿ ਜਿਹੜੀ ਸਾਰੀ ਫੁੱਲਾਂ ਦੀ ਬਨਸਪਤੀ ਹੈ ਉਹ ਇਸ ਪ੍ਰਕਾਰ ਇਸ ਆਰਤੀ ਦੇ ਅੰਦਰ ਫੁੱਲਾਂ ਦੀ ਨਿਆਈ ਸੋਭ ਰਹੀ ਹੈ। ਕਿਉਂਕਿ ਸਤਿਗੁਰਾਂ ਨੇ ਫਰਮਾਇਆ ਨਾ, ਮਾਲਣ ਭੁੱਲੀ ਜਗਤ ਭੁਲਾਨਾ ਹਮ ਭੁਲਾਨੇ ਨਾਹੇ, ਕਿ ਇਹ ਜਿਹੜੀ ਮਾਲਣ ਹੈ, ਇਹ ਜੋ ਮੂਰਤੀ ਦੀ ਪੂਜਾ ਕਰਨ ਵਾਸਤੇ ਇਹ ਫੁੱਲ ਤੋੜ ਕੇ ਲਿਜਾ ਰਹੀ ਹੈ, ਇਸ ਨੂੰ ਇਹ ਨਹੀਂ ਪਤਾ ਕਿ ਬ੍ਰਹਮ ਪਾਤੀ ਬਿਸਨ ਡਾਲੀ ਫੂਲ ਸ਼ੰਕਰ ਦਿਓ, ਕਿ ਇਹ ਜਿਹੜਾ ਬ੍ਰਹਮਾ ਦੇਵਤਾ ਹੈ ਇਹ ਉਸ ਫੁੱਲ ਦੀ ਪੱਤੀਆਂ ਦੀ ਨਿਆਈ ਹੈ। ਜਿਹੜਾ ਵਿਸ਼ਨੂੰ ਦੇਵਤਾ ਹੈ ਉਹ ਫੁੱਲ ਦੀਆਂ ਟਾਹਣੀਆਂ ਹਨ। ਫੂਲ ਸ਼ੰਕਰ ਦਿਓ, ਤੇ ਜਿਹੜਾ ਇਹ ਫੁੱਲ ਹੈ ਨਾ ਸੰਪੂਰਨ, ਇਹ ਸ਼ੰਕਰ ਦੇਵਤਾ ਹੈ। ਤੇ ਸਤਿਗੁਰੂ ਫਰਮਾਉਂਦੇ 3 ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ, ਕਿ 3 ਦੇਵਤੇ ਤੂੰ ਤਾਂ ਪ੍ਰਤੱਖ ਹੀ ਤੋੜ ਦਿੱਤੇ, ਉਹਨਾਂ ਨੂੰ ਜੜ੍ਹਾਂ ਤੋਂ ਤੋੜ ਦਿੱਤਾ, ਉਹਨਾਂ ਦੀ ਬੇਅਦਬੀ ਕਰ ਦਿੱਤੀ, ਤੇ ਕਿਹਦੀ ਤੂੰ ਪੱਥਰ ਦੀ ਸੇਵਾ ਕਰ ਰਹੀ ਹੈ। ਉਸ ਨਿਰਜੀਓ ਦੀ ਤੂੰ ਸੇਵਾ ਕਰਨ ਵਾਸਤੇ ਇਹ 3 ਜਿਹੜੇ ਦੇਵਤੇ ਅਥਵਾ ਜੋ ਫੁੱਲ ਇਹ ਜੀਵ ਹੈ ਇਹਦੀ ਤੂੰ ਮੌਤ ਕਰ ਰਹੀ ਹੈ। ਸਤਿਗੁਰਾਂ ਨੇ ਇਹ ਬਖਸ਼ਿਸ਼ ਕਰ ਦਿੱਤੀ ਕਿ ਇਹ ਬਨਸਪਤੀ ਹੈ ਨਾ ਜਿਹੜੀ ਇਹ ਆਰਤੀ ਕਰ ਹੀ ਰਹੀ ਹੈ, ਫੁੱਲਾਂ ਨੂੰ ਤੋੜ ਕਰਕੇ ਤੇ ਉਸ ਪਰਮੇਸ਼ਰ ਦੇ ਅੱਗੇ ਭੇਟਾ ਕਰਨ ਦੀ ਕੋਈ ਜ਼ਰੂਰਤ ਨਹੀਂ। ਇਹ ਬਨਸਪਤੀ ਜਿਹੜੀ ਸੋਭ ਰਹੀ ਹੈ ਨਾ ਸੰਸਾਰ ਦੇ ਉੱਪਰ, ਫੁੱਲ ਆਦਿਕ, ਇਹ ਪਰਮੇਸ਼ਰ ਦੀ ਆਰਤੀ ਕਰ ਹੀ ਰਹੇ ਹਨ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ। ਇਹ ਸਤਿਗੁਰਾਂ ਨੇ ਕੱਲ੍ਹ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਸੀ। ਅੱਜ ਦਾ ਜੋ ਪਵਿੱਤਰ ਸ਼ਬਦ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ, ਨਿਥਾਵਿਆਂ ਦੇ ਥਾਮ ਸਤਿਗੁਰੂ, ਨਿਮਾਣਿਆਂ ਦੇ ਮਾਣ ਸਤਿਗੁਰੂ, ਤਿਨਾਂ ਦਾ ਪਵਿੱਤਰ ਇਹ ਸ਼ਬਦ
ਆ ਰਿਹਾ ਹੈ। ਆਪਾਂ ਮਨ ਚਿੱਤ ਇਕਾਗਰ ਕਰਕੇ ਸ਼ਬਦ ਨੂੰ ਸਰਵਣ ਕਰਨ ਦਾ ਯਤਨ ਕਰੀਏ ਤਾਂ ਜੋ ਸਤਿਗੁਰਾਂ ਦੀ ਆਪਾਂ ਖੁਸ਼ੀ ਤੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰ ਸਕੀਏ। ਇਸ ਪ੍ਰਕਾਰ ਦੇ ਨਾਲ ਸਾਰੀ ਹੀ ਸੰਗਤ ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਮਹੱਲਾ ਚੌਥਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਹ ਸਤਿਗੁਰੂ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ। ਰਾਗ ਗੌੜੀ, ਗੌੜੀ ਰਾਗ ਹੈ। ਪੂਰਬੀ, ਪੂਰਬੀ ਇਸ ਰਾਗ ਦੀ ਜਾਤੀ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਇਹ ਜਿਹੜਾ ਨਗਰ ਹੈ, ਇਹ ਜਿਹੜਾ ਸਰੀਰ ਹੈ ਨਾ ਮਨੁੱਖ ਦਾ, ਕਾਮ ਕ੍ਰੋਧ, ਇਹ ਕਾਮ ਦੇ ਨਾਲ ਭਰਿਆ ਹੋਇਆ ਹੈ ਅਤੇ ਕ੍ਰੋਧ ਦੇ ਨਾਲ ਇਹ ਭਰਿਆ ਹੋਇਆ ਹੈ। ਨਗਰ ਬਹੁ ਭਰਿਆ, ਬਹੁਤਾ ਹੀ ਲੱਥਪੱਥ ਹੋ ਚੁੱਕਿਆ ਹੈ ਇਸ ਕਾਮ ਤੇ ਕ੍ਰੋਧ ਦੇ ਨਾਲ। ਇਸ ਪ੍ਰਕਾਰ ਜਿਹੜਾ ਸਰੀਰ ਮਨੁੱਖ ਦਾ ਕਾਮ ਕ੍ਰੋਧ ਨਾਲ ਭਰਿਆ ਹੋਇਆ ਹੈ। ਅਥਵਾ ਜੋ ਇਹ ਸੰਸਾਰ ਹੈ, ਇਹ ਸੰਸਾਰ ਰੂਪੀ ਨਗਰ ਹੈ, ਇਸ ਦੇ ਜੋ ਸਾਰੇ ਜੀਵਾਂ ਨੂੰ ਇਹ ਕਾਮ ਕ੍ਰੋਧ ਨੇ ਹੀ ਖੁਆਰ ਕਰਕੇ ਤੇ ਪਰਮੇਸ਼ਰ ਤੋਂ ਵਿਛੋੜਿਆ ਹੋਇਆ ਹੈ। ਇਹੀ ਭਰਿਆ ਹੋਇਆ ਹੈ ਇਸ ਸੰਸਾਰ ਦੇ ਅੰਦਰ। ਮਿਲ ਸਾਧੂ ਖੰਡਲ ਖੰਡਾ ਹੈ। ਤੇ ਇਸ ਨੂੰ ਖੰਡਲ ਖੰਡਾ, ਖੰਡੇ ਦੀ ਨਿਆਈ, ਇਸ ਨੂੰ ਟੋਟੇ ਟੋਟੇ ਕਿਵੇਂ ਕੀਤਾ ਜਾ ਸਕਦਾ ਹੈ? ਸਤਿਗੁਰੂ ਬਖਸ਼ਿਸ਼ ਕਰਦੇ ਮਿਲ ਸਾਧੂ, ਸਾਧੂ ਸਤਿਗੁਰੂ ਹਨ। ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਇਹ ਜੋ ਜੇ ਸਤਿਗੁਰੂ ਜਿਹੜੇ ਸਾਧੂ ਹਨ ਨਾ, ਇਹਨਾਂ ਦੀ ਕਿਰਪਾ ਦੇ ਨਾਲ ਸਾਧੂ ਖੰਡਲ ਖੰਡਾ ਹੈ। ਇਹ ਜਿਹੜੇ ਕਾਮ ਤੇ ਕ੍ਰੋਧ ਸਾਡੇ ਸਰੀਰ ਦੇ ਅੰਦਰ ਭਰੇ ਪਏ ਹਨ ਨਾ, ਕਾਮ ਕ੍ਰੋਧ ਕਾਇਆ ਕਉ ਗੱਲ ਹੈ ਅਥਵਾ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਐਸਾ ਜੋ ਕਾਮ ਅਤੇ ਕ੍ਰੋਧ ਇਸ ਸਰੀਰ ਦੇ ਅੰਦਰ ਭਰਿਆ ਹੋਇਆ ਹੈ, ਨਗਰ ਬਹੁ ਭਰਿਆ, ਤੇ ਇਹ ਨਾਸ ਕਿਵੇਂ ਹੋ ਜਾਣ? ਮਿਲ ਸਾਧੂ, ਸਤਿਗੁਰਾਂ ਨੂੰ ਮਿਲ ਕਰਕੇ ਅਤੇ ਸਾਧੂ ਜਿਹੜੇ ਸਾਧ ਜਨ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਉਸ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਏ, ਉਹਨਾਂ ਨੂੰ ਮਿਲ ਕਰਕੇ, ਉਹਨਾਂ ਦੀ ਸੰਗਤ ਕਰਕੇ ਅਥਵਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਰੋਜ਼ ਸੰਗਤ ਹੁੰਦੀ ਹੈ ਉਸ ਦੇ ਅੰਦਰ ਮਿਲ ਕਰਕੇ ਮਿਲ ਸਾਧੂ ਖੰਡਲ ਖੰਡਾ ਹੈ। ਇਹ ਜੋ ਇਹਨਾਂ ਬਖਸ਼ਿਸ਼ ਹੀ ਹੈ ਸਤਿਗੁਰਾਂ ਦੀ, ਜਿਸ ਦੇ ਨਾਲ ਇਹ ਨਾਸ ਹੋ ਸਕਦੇ ਹਨ। ਨਹੀਂ ਤਾਂ ਸਾਧ ਸੰਗਤ ਕਬੀਰ ਸਾਹਿਬ ਦਾ ਬੜਾ ਇੱਕ ਕੀਮਤੀ ਬਚਨ ਹੈ ਨਾ, ਸ਼ਬਦ ਆਉਂਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਕਿ ਇਹ ਜਿਹੜਾ ਕਾਮ ਕ੍ਰੋਧ ਆਦਿਕ ਵਿਕਾਰਾਂ ਨੇ, ਇਹ ਜਿਹੜਾ ਸਰੀਰ ਰੂਪੀ ਕਿਲਾ ਹੈ ਨਾ ਸਾਡਾ, ਇਸ ਦੇ ਉੱਪਰ ਕਬਜ਼ਾ ਕਰਕੇ ਤੇ ਜਿਹੜਾ ਮਨ ਹੈ, ਇਹ ਮਨ ਆਕੀ ਹੋ ਕਰਕੇ ਤੇ ਰਾਜਾ ਬਣ ਕੇ ਇਸ ਕਿਲੇ ਦੇ ਅੰਦਰ ਬੈਠਾ ਹੈ। ਤੇ ਜਿਹੜੀ ਜੀਵ ਆਤਮਾ ਹੈ ਇਸ ਨੂੰ ਕਿਲੇ ਚੋਂ ਬਾਹਰ ਕੱਢਿਆ ਹੋਇਆ ਹੈ ਇਹਨਾਂ ਨੇ। ਜੀਵ ਆਤਮਾ ਨੇ ਹੁਣ ਮਨ ਦੇ ਉੱਪਰ ਕਿਵੇਂ ਕਬਜ਼ਾ ਕਰੇ ਉਹ? ਕਿਉਂਕਿ ਜਿਹੜਾ ਮਨ ਹੈ ਨਾ ਇਹ ਆਕੀ ਹੋ ਕਰਕੇ ਰਾਜਾ ਬਣਿਆ ਬੈਠਾ ਹੈ ਤੇ ਇਸ ਦੀ ਜਿਹੜੀ ਫੌਜ ਹੈ, ਇਸ ਦੇ ਜਿਹੜੇ ਕਮਾਂਡਰ ਬੜੇ ਤਕੜੇ ਹਨ ਤੇ ਇਹ ਜੀਵ ਰੂਪ ਆਤਮਾ ਨੂੰ ਉਸ ਕਿਲੇ ਦੇ ਅੰਦਰ ਵੜਨ ਹੀ ਨਹੀਂ ਦਿੰਦੇ। ਭਾਵ ਮਨ ਦੇ ਉੱਪਰ ਆਪਦਾ ਪ੍ਰਭਾਵ ਪਾਉਣ ਹੀ ਨਹੀਂ ਦਿੰਦੇ। ਮਨ ਆਪਣੀਆਂ ਮਰਜ਼ੀਆਂ ਕਰਦਾ ਹੈ, ਮਨ ਆਪਣੇ ਅਨੁਸਾਰ ਹੀ ਇਹ ਕਾਇਆ ਰੂਪੀ ਕਿਲੇ ਨੂੰ ਚਲਾਉਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਕਿਉਂ ਲੀਜੈ ਗੜ ਬੰਕਾ ਭਾਈ ਦੇਵਰ ਕੋਟ ਅਰ ਤੇਵਰ ਖਾਈ। ਇਹ ਜਿਹੜਾ ਗੜ ਹੈ ਨਾ, ਬੰਕਾ ਬਣਿਆ ਹੋਇਆ ਕਿਲਾ ਜਿਹੜਾ, ਇਸ ਨੂੰ ਕਿਵੇਂ ਲਵੇ ਇਹ ਜੀਵ ਆਤਮਾ, ਕਿਵੇਂ ਜਿੱਤ ਲਵੇ? ਇਸ ਸ਼ਬਦ ਦੇ ਅੰਦਰ ਅੱਗੇ ਬਖਸ਼ਿਸ਼ ਕਰਦੇ ਹਨ ਕਬੀਰ ਸਾਹਿਬ, ਕਾਮ ਕਿਵਾਰੀ, ਜਿਹੜੇ ਕਿਵਾਰੀ ਹੁੰਦੇ ਹਨ ਨਾ, ਭਾਵ ਜਿਹੜਾ ਦਰਵਾਜ਼ਾ ਖੋਲ੍ਹਣ ਵਾਲੇ, ਜਿਨ੍ਹਾਂ ਦੇ ਹੁਕਮ ਦੇ ਨਾਲ ਕਿਲੇ ਦੇ ਦਰਵਾਜ਼ੇ ਖੁੱਲ੍ਹਦੇ ਹਨ, ਉਹ ਸਤਿਗੁਰੂ ਕਹਿੰਦੇ ਇਹ ਕਾਮ ਦੇ ਹੱਥ ਹੈ ਇਹ ਦਰਵਾਜ਼ੇ ਖੋਲ੍ਹਣ ਦੀ ਕਮਾਂਡ। ਜਿਹੜੀ ਅੱਖਾਂ ਸਾਡੀਆਂ ਖੁੱਲ੍ਹਦੀਆਂ ਹਨ ਤੇ ਅੱਖਾਂ ਦੇ ਵਿੱਚੋਂ ਫਿਰ ਕਾਮ ਹੀ ਝਲਕਦਾ ਹੈ, ਕਾਮ ਹੀ ਦੇਖਦੀਆਂ ਹਨ। ਜਿਹੜਾ ਮੂੰਹ ਖੁੱਲ੍ਹਦਾ ਹੈ ਜਦੋਂ, ਫਿਰ ਕਾਮ ਦੇ ਬੋਲ ਹੀ ਬੋਲਦਾ ਹੈ। ਤੇ ਜੇ ਇਸ ਪ੍ਰਕਾਰ ਕੰਨ ਸਾਡੇ ਖੁੱਲ੍ਹਦੇ ਹਨ ਤਾਂ ਕਾਮ ਦੇ ਬਚਨ ਹੀ ਸੁਣਦੇ ਹਨ। ਇਸ ਪ੍ਰਕਾਰ ਦੇ ਨਾਲ ਜਿਹੜੇ ਦਰਵਾਜ਼ੇ ਹਨ ਨਾ ਇਸ ਕਾਇਆ ਦੇ, ਇਸ ਕਿਲੇ ਦੇ, ਇਹ ਕਾਮ ਨੇ ਹੀ ਕਾਮ ਨੇ ਹੀ ਇਸ ਤੇ ਕਬਜ਼ਾ ਕੀਤਾ ਹੋਇਆ ਹੈ ਇਹਨਾਂ ਤੇ। ਕਾਮ ਕਿਵਾਰੀ, ਜਿਹੜਾ ਕਾਮ ਹੈ ਇਹ ਕਿਵਾਰੀ, ਇਸ ਦੇ ਹੁਕਮ ਦੇ ਨਾਲ ਹੀ ਇਹ ਦਰਵਾਜ਼ੇ ਖੁੱਲ੍ਹਦੇ ਹਨ। ਦੁੱਖ ਸੁੱਖ ਦਰਵਾਨੀ ਹਨ ਦਰਵਾਜ਼ਾ ਖੋਲ੍ਹਣ ਵਾਲੇ। ਕਿਉਂਕਿ ਸਾਧ ਸੰਗਤ
ਕਈ ਜਗ੍ਹਾ ਤੇ ਜਿਹੜਾ ਹੁਕਮ ਕਰਨ ਵਾਲਾ ਹੁੰਦਾ ਹੈ ਕਿ ਦਰਵਾਜ਼ਾ ਖੋਲ੍ਹ ਦਿਓ, ਉਹ ਕੋਈ ਹੋਰ ਹੁੰਦਾ ਹੈ, ਅਤੇ ਜਿਹੜਾ ਦਰਵਾਜ਼ਾ ਖੋਲ੍ਹਣ ਵਾਲੇ ਹੁੰਦੇ ਹਨ ਉਹ ਹੋਰ ਹੁੰਦੇ ਹਨ। ਇਸ ਪ੍ਰਕਾਰ ਦੇ ਨਾਲ ਕਾਮ ਹੈ, ਇਸ ਦੇ ਹੁਕਮ ਨਾਲ ਦਰਵਾਜ਼ੇ ਖੁੱਲ੍ਹਦੇ ਹਨ, ਤੇ ਜਿਹੜੇ ਦਰਵਾਜ਼ੇ ਖੋਲ੍ਹਣ ਵਾਲੇ ਹਨ ਉਹ ਦੁੱਖ ਅਤੇ ਸੁੱਖ ਹਨ ਇਸ ਸਰੀਰ ਦੇ ਅੰਦਰ। ਪਾਪ ਪੁੰਨ ਦਰਵਾਜ਼ਾ, ਤੇ ਜਿਹੜੇ ਦਰਵਾਜ਼ੇ ਹਨ, ਦੋ ਪੱਲੜੇ ਹਨ ਦਰਵਾਜ਼ੇ ਦੇ, ਉਹ ਪਾਪ ਦੇ ਹਨ ਅਤੇ ਪੁੰਨ ਦੇ। ਇੱਕ ਪਾਪ ਦਾ ਦਰਵਾਜ਼ਾ ਤੇ ਇੱਕ ਪੁੰਨ ਦਾ ਹੈ, ਇਸ ਕਾਇਆ ਸਰੀਰ ਦੇ ਕਿਲੇ ਦਾ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਜਿਹੜਾ ਦੁੰਦਰ ਹੈ ਨਾ, ਕਮਾਂਡਰ ਜਿਹੜਾ ਤਕੜਾ, ਇਸ ਮਨ ਦਾ ਜਿਹੜਾ ਕਮਾਂਡਰ ਹੈ, ਮਹਾ ਵੱਡ, ਬੜਾ ਹੀ ਬਲਵਾਨ ਯੋਧਾ ਹੈ। ਕਾਮ ਪ੍ਰਧਾਨ, ਉਹ ਜਿਹੜੀ ਸੈਨਾ ਹੈ ਨਾ ਇਸ ਮਨ ਦੇ ਕਿਲੇ ਦੀ, ਉਹ ਜਿਹੜਾ ਕ੍ਰੋਧ ਪ੍ਰਧਾਨ ਹੈ, ਕ੍ਰੋਧ ਉਸ ਦੀ ਪ੍ਰਧਾਨਗੀ ਕਰਦਾ ਹੈ। ਕ੍ਰੋਧ ਉਹਨਾਂ ਦਾ ਸਰਮੌਰ ਜਰਨੈਲ ਹੈ। ਮਹਾ ਵੱਡ ਦੁੰਦਰ, ਇਹ ਬੜਾ ਤਕੜਾ ਕਮਾਂਡਰ ਹੈ। ਇਸ ਦਾ ਤਹ ਮਨ ਮਾਵਾਸੀ ਰਾਜਾ, ਤੇ ਉੱਥੇ ਅੰਦਰ ਫਿਰ ਇਹ ਜਿਹੜਾ ਮਨ ਹੈ ਨਾ ਮਵਾਸੀ, ਜਿਹੜਾ ਇਹ ਆਕੀ ਹੋ ਕਰਕੇ ਤੇ ਰਾਜਾ ਬਣ ਕੇ ਮਨ ਇਹ ਜਿਹੜਾ ਇਸ ਕਾਇਆ ਦੇ ਕਬਜ਼ਾ ਕਰਕੇ ਬੈਠਾ ਹੈ ਮਨ। ਤੇ ਇਹ ਜੀਵ ਆਤਮਾ ਹੁਣ ਵਿਚਾਰੀ ਕੀ ਕਰੇ, ਇਸ ਦਾ ਵਸ ਹੀ ਨਹੀਂ ਚੱਲ ਰਿਹਾ। ਐਸੀ ਤਕੜੀ ਫੌਜ ਹੈ ਇਸ ਮਨ ਦੇ ਕੋਲ। ਸਵਾਦ ਸਨਾਹ, ਜਿਹੜੀ ਇਹ ਸੰਜੋ ਹੈ, ਜਿਹੜੀ ਬੁਲਟ ਪ੍ਰੂਫ ਜੈਕਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੰਜੋ, ਇਹ ਸਵਾਦ, ਜਿਹੜੇ ਸਵਾਦ ਲੱਗੇ ਹਨ ਨਾ ਇਸ ਸਰੀਰ ਨੂੰ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਇਹ ਜਿਹੜੇ ਸਵਾਦ ਲੱਗੇ ਹਨ, ਸਤ ਕਬੀਰ ਸਾਹਿਬ ਕਹਿੰਦੇ ਕਿ ਇਹ ਸੰਜੋ ਦੀ ਨਿਆਈ ਹਨ। ਟੋਪ ਮਮਤਾ ਕੋ, ਤੇ ਜਿਹੜੀ ਮਮਤਾ ਇਸ ਸਰੀਰ ਨੂੰ ਵਿਆਪੀ ਹੋਈ ਹੈ ਮਨ ਨੂੰ, ਇਹ ਟੋਪ ਹੈ। ਇਹ ਲੋਹੇ ਦਾ ਟੋਪ ਜਿਹੜਾ ਸਿਪਾਹੀ ਪਾਉਂਦੇ ਹਨ, ਤੇ ਉਸ ਦੇ ਉੱਪਰ ਫਿਰ ਵਾਰ ਨਹੀਂ ਨਾ ਚੱਲਦਾ। ਇਹ ਕਿਤੇ ਗੁਰੂ ਦਾ ਸ਼ਬਦ ਇਸ ਦੇ ਉੱਪਰ ਵਾਰ ਨਾ ਕਰ ਦਵੇ, ਇਸ ਨੇ ਮਮਤਾ ਦਾ ਟੋਪ ਪਹਿਨਿਆ ਹੋਇਆ ਹੈ। ਕਬੁੱਧ ਕਮਾਨ ਚੜਾਈ, ਤੇ ਜਿਹੜੀ ਕਮਾਨ ਕੱਸ ਕੇ ਲੈ ਕਰਕੇ ਖੜੇ ਹਨ ਸਿਪਾਹੀ ਜਿਹੜੇ, ਉਹ ਕਬੁੱਧ ਦੀ ਕਮਾਨ ਹੈ। ਖੋਟੀ ਮੱਤ, ਜਿਹੜੀ ਇਸ ਨੂੰ ਪਰਮੇਸ਼ਰ ਦੇ ਵੱਲ ਲੱਗਣ ਹੀ ਨਹੀਂ ਦਿੰਦੀ, ਐਸੀ ਜਿਹੜੀ ਖੋਟੀ ਮੱਤ ਇਸ ਨੂੰ ਇਹਨੇ ਕਮਾਨ ਬਣਾਇਆ ਹੋਇਆ ਹੈ। ਤ੍ਰਿਸ਼ਨਾ ਤੀਰ ਰਹੇ ਘਟ ਭੀਤਰ, ਤੇ ਜਿਹੜੀ ਤ੍ਰਿਸ਼ਨਾ ਦੇ ਜਿਹੜੇ ਤੀਰ ਹਨ ਨਾ, ਇਹ ਹਿਰਦੇ ਅੰਦਰ ਘਟ ਦੇ ਅੰਦਰ ਮਾਰ ਰਹੇ ਹਨ। ਇਸ ਜੀੜੇ ਨੂੰ, ਇਹ ਕਿਲੇ ਦੇ ਅੰਦਰੋਂ ਇਹ ਤ੍ਰਿਸ਼ਨਾ ਦੇ ਤੀਰ ਚਲਾ ਕਰਕੇ ਮਾਰ ਰਹੇ ਹਨ। ਇਉ ਗੱਡ ਲਿਓ ਨਾ ਜਾਈ, ਤੇ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਕਿਲਾ ਹੈ ਨਾ, ਲਿਓ ਨਾ ਜਾਈ, ਇਹ ਨਹੀਂ ਲਿਆ ਜਾ ਸਕਦਾ। ਇਹ ਇਸ ਨੂੰ ਬੜੇ ਯਤਨ ਕਰ ਲਏ ਹਨ। ਇਹ ਜਿਹੜੀ ਜੀਵ ਆਤਮਾ ਹੈ, ਇਹ ਮਨ ਨੂੰ ਜਿੱਤ ਹੀ ਨਹੀਂ ਪਾ ਰਹੀ। ਇਸ ਦੇ ਜਿਹੜੇ ਯੋਧੇ ਕਮਾਂਡਰ ਹਨ, ਇਹ ਬੜੇ ਤਕੜੇ ਹਨ, ਬਲੀ ਹਨ। ਤਾਂ ਫਿਰ ਇਹ ਕਿਵੇਂ ਬਖਸ਼ਿਸ਼ ਹੋ ਜਾਵੇ? ਮਿਲ ਸਾਧੂ ਖੰਡਲ ਖੰਡਾ ਹੈ, ਕਿਉਂਕਿ ਆਪਾਂ ਪੜ੍ਹ ਆਏ ਨਾ ਸ਼ਬਦ ਕਾਮ ਕ੍ਰੋਧ ਨਗਰ ਬਹੁ ਭਰਿਆ। ਕਾਮ ਕਿਵਾਰੀ ਬਣ ਕੇ ਬੈਠਾ ਹੈ, ਦਰਵਾਜ਼ਾ ਖੋਲ੍ਹਣ ਵਾਲਾ। ਜਿਹੜਾ ਕ੍ਰੋਧ ਹੈ, ਇਸ ਮਨ ਨੇ ਜਿਹੜਾ ਕਬਜ਼ਾ ਕਰ ਲਿਆ ਨਾ ਇਸ ਸਰੀਰ ਦੇ ਅੰਦਰ, ਤੇ ਇਹ ਕ੍ਰੋਧ ਨੂੰ ਆਪਣਾ ਚੀਫ ਕਮਾਂਡਰ ਬਣਾ ਕਰਕੇ ਇਸ ਨੇ ਬਿਠਾ ਦਿੱਤਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਤੇ ਫਿਰ ਇਹ ਹੁਣ ਇਹਨਾਂ ਦਾ ਟੋਟੇ ਟੋਟੇ ਕਿਵੇਂ ਹੋ ਜਾਣ? ਮਿਲ ਸਾਧੂ ਖੰਡਲ ਖੰਡਾ ਹੈ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਦੋਂ ਸਾਧੂ ਮਿਲ ਗਿਆ, ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲਿਆ ਅੰਚਲ ਲਾਏ। ਹੁਣ ਜਿਸ ਸਮੇਂ ਸਾਧੂ ਸਤਿਗੁਰੂ ਮਿਲ ਗਏ, ਤਾਂ ਉਹਨਾਂ ਨੇ ਫਿਰ ਇਹ ਜੁਗਤੀ ਦੱਸ ਦਿੱਤੀ। ਕੀ ਬਖਸ਼ਿਸ਼ ਕਰ ਦਿੱਤੀ? ਪ੍ਰੇਮ ਪਲੀਤਾ। ਇਹ ਜਿਹੜਾ ਪਲੀਤਾ ਅੱਗ ਲਾਉਣ ਵਾਲਾ ਹੁੰਦਾ ਹੈ, ਇਹ ਪ੍ਰੇਮ ਨੂੰ ਬਣਾਉਣਾ ਕਰ। ਇਹ ਪ੍ਰੇਮ ਜਿਹੜਾ ਹੈ ਨਾ ਸਤਿਗੁਰਾਂ ਪ੍ਰਤੀ, ਪਰਮੇਸ਼ਰ ਪ੍ਰਤੀ ਜਿਹੜਾ ਤੇਰਾ ਪ੍ਰੇਮ ਹੈ, ਲਾਉਣਾ ਹੈ ਸਤਿਗੁਰਾਂ ਨਾਲ, ਸਨੇਹ ਲਾਉਣਾ ਹੈ, ਉਸ ਨੂੰ ਪਲੀਤਾ ਬਣਾ ਕੇ। ਸੁਰਤ ਹਵਾਈ, ਜਿਹੜੀ ਤੇਰੀ ਸੁਰਤੀ ਹੈ ਸਤਿਗੁਰਾਂ ਦੇ ਨਾਲ ਜੋੜਨ ਦੀ ਸੁਰਤੀ, ਇਸ ਨੂੰ ਤੂੰ ਤੋਪ ਬਣਾ ਲਿਆ। ਜਦੋਂ ਸੁਰਤੀ ਨੂੰ ਤੋਪ ਬਣਾ ਕੇ ਗੋਲਾ ਗਿਆਨ ਚਲਾਇਆ, ਤੇ ਜਿਹੜਾ ਸਤਿਗੁਰੂ ਦਾ ਗਿਆਨ ਪ੍ਰਾਪਤ ਕਰਕੇ ਤੇ ਗੋਲਾ ਚਲਾ ਲੈਣਾ ਹੈ ਨਾ ਇਹ ਤੋਪ ਦੇ ਅੰਦਰੋਂ। ਫਿਰ ਬਚਨ ਸਰਵਣ ਕਰੀਏ। ਪ੍ਰੇਮ ਪਲੀਤਾ, ਪ੍ਰੇਮ ਨੂੰ ਇਹ ਅੱਗ ਲਾਉਣ ਵਾਲਾ ਬਣਾ ਕਰਕੇ, ਜਿਹੜਾ ਪਲੀਤਾ ਜਿਹਦੇ ਨਾਲ ਅੱਗ ਲਾਈ ਜਾਂਦੀ ਹੈ ਤੋਪ ਨੂੰ। ਸੁਰਤ ਹਵਾਈ, ਜਿਹੜੀ ਸੁਰਤ ਹੈ ਇਸ ਨੂੰ ਤੋਪ ਬਣਾ ਕਰਕੇ ਗੋਲਾ ਗਿਆਨ ਚਲਾਇਆ, ਤੇ ਉਸ ਸੁਰਤ ਦੇ ਅੰਦਰੋਂ ਫਿਰ ਜਿਹੜਾ ਸਤਿਗੁਰਾਂ ਦਾ ਗਿਆਨ ਪ੍ਰਾਪਤ ਹੋ ਗਿਆ ਨਾ, ਇਹ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ, ਅਥਵਾ ਕਾਮ ਕ੍ਰੋਧ ਕਾਇਆ ਕਉ ਗੱਲ ਹੈ। ਇਹ ਜਿਹੜਾ ਫਿਰ ਗਿਆਨ ਦੇ ਗੋਲੇ ਚਲਾਉਣੇ ਹਨ, ਇਸ ਚਲਾਉਣ ਦੇ ਨਾਲ ਕੀ ਹੋਵੇਗਾ? ਬ੍ਰਹਮ ਅਗਨ, ਤੇ ਜਿਹੜੀ ਬ੍ਰਹਮ ਅਗਨੀ ਤਾਪ ਕਰਕੇ, ਜਿਹੜੀ ਬ੍ਰਹਮ ਅਗਨੀ ਪ੍ਰਗਟ ਕਰਕੇ ਪਲੀਤਾ ਬਾਲ ਕੇ ਤੋਪ ਨੂੰ ਅੱਗ ਲਾਉਣੀ ਹੈ। ਸਹਿਜੇ ਪਰ ਜਾਲੀ, ਸਹਿਜ ਅਵਸਥਾ ਵਿੱਚ, ਸਹਿਜ ਦੇ ਨਾਲ ਜਦੋਂ ਇਸ ਸੁਰਤ ਰੂਪੀ ਤੋਪ ਨੂੰ ਜਦੋਂ ਅੱਗ ਲੱਗੀ, ਸਤਿਗੁਰਾਂ ਦਾ ਗਿਆਨ ਰੂਪੀ ਗੋਲਾ ਚੱਲਿਆ। ਇੱਕ ਹੈ ਝੋਟ ਸਿਝਾਈ,
ਸਿਧਾਈ ਇੱਕੋ ਚੋਟ ਦੇ ਨਾਲ ਹੀ, ਇੱਕੋ ਗੋਲੇ ਦੇ ਨਾਲ ਹੀ ਇਹ ਜਿਹੜਾ ਕਿਲ੍ਹਾ ਹੈ ਇਸ ਦੀਆਂ ਦੀਵਾਰਾਂ ਟੁੱਟ ਜਾਣਗੀਆਂ, ਇਸ ਦਾ ਜ਼ੋਰ ਖਤਮ ਹੋ ਜਾਵੇਗਾ। ਇਹ ਜੇਕਰ ਸਤਿਗੁਰੂ ਬਖਸ਼ਿਸ਼ ਕਰ ਦੇਣ, ਇਹ ਜਦੋਂ ਗੋਲਾ ਚੱਲ ਜਾਵੇ ਅੰਦਰੋਂ ਫਿਰ ਬਖਸ਼ਿਸ਼ ਹੋਵੇਗੀ। ਤੇ ਇਹ ਜਿਹੜਾ ਫਿਰ ਹਵਾਈ ਹਮਲਾ ਕੀਤਾ ਹੈ ਨਾ, ਕਿਉਂਕਿ ਕਿਸੇ ਕਿਲੇ ਨੂੰ ਜਿੱਤਣ ਵਾਸਤੇ ਪਹਿਲਾਂ ਹਵਾਈ ਹਮਲੇ ਅੱਜ ਕੱਲ੍ਹ ਹੁੰਦੇ ਹਨ। ਹਵਾਈ ਹਮਲਿਆਂ ਤੋਂ ਬਾਅਦ ਫਿਰ ਜਦੋਂ ਉਹਨਾਂ ਦਾ ਹੱਲਾ ਮੱਠਾ ਹੋ ਜਾਵੇ ਤੇ ਫਿਰ ਜਿਹੜੇ ਪੈਦਲ ਯੋਧੇ ਹਨ ਉਹ ਜਾ ਕਰਕੇ ਤੇ ਕਬਜ਼ਾ ਕਰਦੇ ਹਾਂ ਕਿਲੇ ਤੇ। ਮਿਲ ਸਾਧੂ ਖੰਡਲ ਖੰਡਾ ਹੈ, ਇਹ ਹੁਣ ਇਹਨਾਂ ਨੇ ਖੰਡਲ ਖੰਡਾ ਕਰ ਦੇਣਾ ਹੈ। ਕਿਸ ਪ੍ਰਕਾਰ? ਸਤ ਸੰਤੋਖ ਲੈ ਲਰਨੇ ਲਾਗਾ। ਤੇ ਹੁਣ ਸਤ ਅਤੇ ਸੰਤੋਖ ਨੂੰ ਨਾਲ ਲੈ ਕਰਕੇ ਤੇ ਹੁਣ ਜੀਵਾਤਮਾ ਵੜਿਆ ਉਸ ਕਿਲੇ ਦੇ ਅੰਦਰ, ਉਹਨਾਂ ਨੂੰ ਲੜਨ ਵਾਸਤੇ ਉਹਨਾਂ ਦੇ ਨਾਲ ਤੋਰੇ ਦੋਏ ਦਰਵਾਜ਼ਾ, ਦੋਵੇਂ ਦਰਵਾਜ਼ੇ ਸਨ ਨਾ, ਜਿਹੜੇ ਪਾਪ ਪੁੰਨ ਦੇ ਦਰਵਾਜ਼ੇ, ਤੇ ਜਿਹੜਾ ਕਮਾਂਡਰ ਸੀ ਇਹਨਾਂ ਦਾ ਕਾਮ, ਇਹ ਉਹਨਾਂ ਨੇ ਤੋੜੇ ਦੋਏ ਦਰਵਾਜ਼ੇ। ਇਹ ਸਤ ਸੰਤੋਖ ਨੇ ਫਿਰ ਦਰਵਾਜ਼ੇ ਤੋੜ ਦਿੱਤੇ ਕਿਲੇ ਦੇ। ਸਾਧ ਸੰਗਤ ਅਰ ਗੁਰ ਕਿਰਪਾ ਤੇ, ਸਾਧ ਸੰਗਤ ਅਰ ਗੁਰ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਇਸ ਪ੍ਰਕਾਰ ਦੇ ਨਾਲ ਫਿਰ ਸਤ ਸੰਗਤ ਦੇ ਵਿੱਚ ਆਉਣ ਦੀ ਬਰਕਤ ਦੇ ਨਾਲ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਕੜਿਓ ਗੱਡ ਕੋ ਰਾਜਾ, ਜਿਹੜਾ ਰਾਜਾ ਆਕੀ ਹੋ ਕਰਕੇ ਬੈਠਾ ਸੀ ਨਾ ਇਸ ਸਰੀਰ ਦੇ ਕਿਲੇ ਅੰਦਰ, ਤੇ ਉਸ ਨੂੰ ਫੜ ਲਿਆ ਫਿਰ ਇਸ ਜੀਵਾਤਮਾ ਨੇ। ਮਿਲ ਸਾਧੂ ਖੰਡਲ ਖੰਡਾ ਹੈ। ਇਸ ਪ੍ਰਕਾਰ ਦੇ ਨਾਲ ਮਿਲ ਸਾਧੂ, ਜੇਕਰ ਸਤਿਗੁਰਾਂ ਦੀ ਸੰਗਤ ਵਿੱਚ ਆਵਾਂਗੇ, ਸਾਧ ਸੰਗਤ ਅਰ ਗੁਰ ਕਿਰਪਾ ਤੇ, ਸੰਗਤ ਵਿੱਚ ਆਣ ਕਰਕੇ ਤੇ ਸਤਿਗੁਰਾਂ ਦੀ ਜਦੋਂ ਕਿਰਪਾ ਪ੍ਰਾਪਤ ਹੋ ਗਈ ਨਾ, ਪਕੜਿਓ ਗੱਡ ਕੋ ਰਾਜਾ, ਇਹ ਜਿਹੜਾ ਰਾਜਾ ਆਕੀ ਹੋ ਕਰਕੇ ਬੈਠਾ ਹੈ, ਗੱਲ ਨਹੀਂ ਮੰਨਦਾ ਨਾ, ਸਤਿਗੁਰਾਂ ਦੇ ਦਰ ਤੇ ਚੱਲ ਕੇ ਆਉਣ ਨੂੰ ਆਖੇ ਨਹੀਂ ਲੱਗਦਾ, ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨ ਨੂੰ ਆਖੇ ਨਹੀਂ ਲੱਗਦਾ, ਇਹ ਰਜਾਈ ਦੇ ਵਿੱਚ ਪੈ ਰਹਿਣ ਨੂੰ ਹੀ ਸੁੱਖ ਮੰਨ ਰਿਹਾ ਹੈ। ਸਤਿਗੁਰੂ ਕਹਿੰਦੇ ਜਦੋਂ ਤੂੰ ਇਸ ਪ੍ਰਕਾਰ ਦੇ ਨਾਲ ਆਪਣੀ ਸੁਰਤ ਨੂੰ ਤੋਪ ਬਣਾ ਕੇ ਗਿਆਨ ਦਾ ਗੋਲਾ ਜਦੋਂ ਦਾਗੇਗਾ ਨਾ ਇਸ ਮਨ ਦੇ ਉੱਪਰ, ਇਸ ਕਿਲੇ ਦੇ ਉੱਪਰ, ਤੇ ਇਹਦਾ ਹੱਲਾ ਮੱਠਾ ਹੋ ਜਾਵੇਗਾ। ਉਸ ਸਮੇਂ ਫਿਰ ਤੂੰ ਸਤ ਸੰਤੋਖ ਨੂੰ ਨਾਲ ਲੈ ਕਰਕੇ ਤੇ ਲੜ ਇਹਨਾਂ ਨਾਲ, ਦਰਵਾਜ਼ੇ ਤੋੜ ਕਰਕੇ ਫਿਰ ਜਿਸ ਸਮੇਂ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ ਨਾ, ਪਕੜਿਓ ਗੱਡ ਕੋ ਰਾਜਾ, ਫਿਰ ਤੂੰ ਇਸ ਜਿਹੜਾ ਰਾਜਾ ਬਣ ਕੇ ਬੈਠਾ ਸੀ ਨਾ ਮਨ ਇਕਾਇਆ, ਤੇ ਤੂੰ ਪਕੜ ਲਵੇਂਗਾ ਤੇ ਫਿਰ ਰਾਜ ਇਸ ਪਕੜਨ ਵਾਲੇ ਦਾ ਹੋ ਜਾਵੇਗਾ। ਜਿਹੜਾ ਫਿਰ ਉਹ ਕਬਜ਼ਾ ਕਰ ਲਵੇ ਨਾ ਕਿਲੇ ਤੇ, ਰਾਜ ਉਸ ਦਾ ਹੁੰਦਾ ਹੈ। ਤੇ ਹੁਣ ਕਿਹਦਾ ਰਾਜ ਹੋਵੇਗਾ? ਜੀਵ ਆਤਮਾ ਦਾ। ਜੀਵ ਆਤਮਾ ਦਾ ਜਦੋਂ ਰਾਜ ਹੋ ਗਿਆ, ਇਸ ਨੂੰ ਪਤਾ ਹੈ, ਇਸ ਨੂੰ ਗਿਆਨ ਹੈ ਕਿ ਮੇਰੀ ਭਲਾਈ ਕਿਸ ਵਿੱਚ ਹੈ। ਉਹ ਤਾਂ ਮਨ ਹੀ ਸੀ ਜਿਹੜਾ ਇਸ ਕਾਇਆ ਨੂੰ ਚਲਾ ਕਰਕੇ ਤੇ ਇਸ ਨੂੰ ਸਤਿਗੁਰਾਂ ਤੋਂ ਤੋੜ ਰਿਹਾ ਸੀ। ਪਰ ਜੀਵ ਆਤਮਾ ਜਿਸ ਸਮੇਂ ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ ਇਹਨੂੰ ਸੋਝੀ ਹੋ ਗਈ, ਇਹਨੇ ਫਿਰ ਕਬਜ਼ਾ ਕਰ ਲੈਣਾ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ। ਮਿਲ ਸਾਧੂ ਖੰਡਲ ਖੰਡਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਜਿਹੜਾ ਕਾਮ ਅਤੇ ਕ੍ਰੋਧ ਇਹ ਨਗਰ ਸਰੀਰ ਸਾਡਾ ਭਰ ਚੁੱਕਿਆ ਹੈ, ਭਰਿਆ ਹੋਇਆ ਹੈ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ। ਇਸ ਪ੍ਰਕਾਰ ਦੇ ਨਾਲ ਜਦੋਂ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਤੇ ਫਿਰ ਮਿਲ ਸਾਧੂ ਖੰਡਲ ਖੰਡਾ, ਇਹ ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ ਇਹ ਖੰਡਲ ਖੰਡਾ ਇਹ ਨਾਸ ਹੋ ਜਾਂਦੇ ਹਨ। ਪੂਰਬ ਲਿਖਤ ਲਿਖੇ ਗੁਰ ਪਾਇਆ। ਪੂਰਬ ਲਿਖਤ, ਇਹ ਪੂਰਬਲੇ ਲਿਖੇ ਹੋਏ ਕਰਮ ਹੀ ਹਨ ਸਾਡੇ ਕੀਤੇ ਹੋਏ। ਇਹ ਪੂਰਬ ਜਿਹੜਾ ਸਤਿਗੁਰਾਂ ਨੇ ਸਾਡੇ ਧੁਰ ਦੇ ਅੰਦਰ ਸਾਡੀ ਲਿਖਤ ਲਿਖ ਕਰਕੇ ਭੇਜਤੀ ਨਾ, ਉਹਦੇ ਨਾਲ ਕੀ ਹੋਇਆ? ਪੂਰਬ ਲਿਖਤ ਲਿਖੇ ਗੁਰ ਪਾਇਆ। ਮਿਲ ਸਾਧੂ ਖੰਡਲ ਖੰਡਾ ਹੈ। ਖੰਡਲ ਖੰਡਾ ਕਿਵੇਂ ਹੋਣਗੇ? ਜੋ ਸਾਧੂ ਸਤਿਗੁਰਾਂ ਨੂੰ ਮਿਲਾਂਗੇ, ਇਹ ਸਾਧੂ ਸਤਿਗੁਰਾਂ ਨੇ ਉਸ ਵੇਲੇ ਮਿਲਿਆ ਜਾਵੇਗਾ, ਸਤਿਗੁਰਾਂ ਦੀ ਸੰਗਤ ਵਿੱਚ ਉਸ ਵੇਲੇ ਆਇਆ ਜਾਵੇਗਾ। ਪੂਰਬ ਲਿਖਤ ਲਿਖੇ ਗੁਰ ਪਾਇਆ। ਪੂਰਬਲੇ ਕਰਮ ਜੇਕਰ ਸਾਡੇ ਮਸਤਕ ਤੇ ਲਿਖੇ ਹਨ ਨਾ, ਫਿਰ ਹੀ ਇਹ ਸਤ ਸੰਗਤ ਪ੍ਰਾਪਤ ਹੋਵੇਗੀ। ਕਿਉਂਕਿ ਸਤਿਗੁਰੂ ਤਾਂ ਬਖਸ਼ਿਸ਼ ਕਰ ਦਿੰਦੇ ਹਨ। ਆਪਾਂ ਸੋਦਾ ਰਹਿਰਾਸ ਸਾਹਿਬ ਜੀ ਦੇ ਪਵਿੱਤਰ ਸ਼ਬਦ ਦੇ ਅੰਦਰ ਵੀ ਸਰਵਣ ਕਰਕੇ ਆਏ ਹਨ। ਜਿਨ੍ਹਾਂ ਨੂੰ ਸੰਗਤ ਨਹੀਂ ਪ੍ਰਾਪਤ ਹੋਈ ਸਤਿਗੁਰਾਂ ਦੀ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦਾ ਜਿਹੜਾ ਜੀਵਨ ਲਾਹਣਤ ਦੀ ਨਿਆਈ ਹੈ, ਲਾਹਣਤ ਹੈ ਉਹਨਾਂ ਦੇ ਜੀਵਨ ਨੂੰ ਜਿਨ੍ਹਾਂ ਨੂੰ ਸਤ ਸੰਗਤ ਨਹੀਂ ਮਿਲੀ। ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਸੰਗਤ ਮਿਲ ਗਈ ਨਾ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲੇਖਾਸ। ਭਾਈ ਉਹਨਾਂ ਦੇ ਤਾਂ ਮਸਤਕ ਤੋਂ ਹੀ, ਧੁਰ ਤੋਂ ਹੀ ਮਸਤਕ ਦੇ ਉੱਪਰ ਸਤਿਗੁਰਾਂ ਨੇ ਲਿਖ ਕਰਕੇ ਭੇਜਿਆ ਸੀ, ਇਸ ਕਰਕੇ ਉਹਨਾਂ ਨੂੰ ਸੰਗਤ ਮਿਲ ਗਈ। ਇਹ ਅਹੰਕਾਰ ਨਾ ਕਰ ਲਵੇ ਇਹ ਜਿਹੜਾ ਜੀਵ ਕਿਤੇ ਕਿ ਮੈਂ ਆਪਦੀ ਉਦਮ ਦੇ ਨਾਲ ਸੰਗਤ ਵਿੱਚ ਆਇਆ ਹਾਂ ਤੇ ਫਲਾਣਾ ਸੰਗਤ ਵਿੱਚ ਆਉਂਦਾ ਹੀ ਨਹੀਂ। ਇਹ ਉਹਦੇ ਕਰਮ ਹਨ ਤੇ ਤੁਹਾਡੇ ਕਰਮ ਹਨ, ਤੁਹਾਨੂੰ ਸਤ ਸੰਗਤ ਮਿਲ ਗਈ। ਸਤਿਗੁਰੂ ਬਖਸ਼ਿਸ਼ ਕਰਦੇ। ਪੂਰਬ ਲਿਖਤ ਲਿਖੇ ਗੁਰ ਪਾਇਆ।
ਪੂਰਬਲੇ ਲਿਖਦੇ ਜਿਹੜੇ ਲੇਖ ਸਤਿਗੁਰਾਂ ਨੇ ਲਿਖ ਕਰਕੇ ਭੇਜ ਦਿੱਤੇ, ਅਤੇ ਜਿਹੜੇ ਸਾਡੀ ਪਰਾਲਬਧ ਹੈ, ਸਾਡੇ ਕਰਮ ਹਨ ਪੁੰਨ ਦਾਨ ਕੀਤੇ ਹੋਏ, ਉਹਨਾਂ ਕਰਕੇ ਉਹਨਾਂ ਦਾ ਸਦਕਾ ਸਾਨੂੰ ਸਤਿਗੁਰੂ ਮਿਲ ਪਏ, ਸਤ ਸੰਗਤ ਮਿਲ ਪਈ। ਮਨ ਹਰ ਲਿਵ ਮੰਡਲ ਮੰਡਾ ਫਿਰ ਹੈ। ਇਹ ਪੂਰਬ ਲਿਖਤ ਲਿਖੇ ਦੇ ਅਨੁਸਾਰ ਜਦੋਂ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋਈ, ਫਿਰ ਜਿਹੜਾ ਮਨ ਹੈ ਨਾ ਹਰ ਲਿਵ ਮੰਡਲ ਮੰਡਾ ਹੈ, ਜਿਹੜਾ ਇਹ ਮੰਡਲ ਮੰਡਾ, ਇਸ ਮਨ ਜਿਹੜਾ ਹਰੀ ਦੀ ਲਿਵ ਦੇ ਅੰਦਰ ਮੰਡਿਆ ਜਾਵੇ, ਰਚਿਆ ਜਾਵੇਗਾ, ਰਚ ਜਾਵੇਗਾ। ਕਿਉਂਕਿ ਸਤਿਗੁਰ ਫਰਮਾਉਂਦੇ ਹਨ, ਜਿਸ ਸਮੇਂ ਇਸ ਜੀਵ ਦਾ ਜਨਮ ਹੁੰਦਾ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਹੜੀ ਇੱਥੇ ਸਤਿਗੁਰਾਂ ਨੇ ਜ਼ਿਕਰ ਕੀਤਾ ਨਾ, ਮਨ ਹਰ ਲਿਵ ਹਰੀ ਦੇ ਲਿਵ ਵਿੱਚ ਲੱਗ ਜਾਂਦਾ ਹੈ। ਮਨ ਜਦੋਂ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਇਹ ਟੁੱਟਦੀ ਕਦੋਂ ਹੈ ਲਿਵ? ਜਦੋਂ ਜੀਵ ਦਾ ਜਨਮ ਹੁੰਦਾ ਹੈ, ਲਿਵ ਉਦੋਂ ਹੀ ਟੁੱਟ ਜਾਂਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਲੱਗ ਜਾਂਦੀ ਹੈ, ਤੇ ਮਾਇਆ ਅਮਰ ਵਰਤਾਇਆ, ਮਾਇਆ ਆਪਦਾ ਪ੍ਰਭਾਵ ਪਾ ਦਿੰਦੀ ਹੈ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਫਿਰ ਇਹ ਲਿਵ ਜਿਹੜੀ ਹੈ ਜਿਨ੍ਹਾਂ ਨੂੰ ਲੱਗ ਜਾਂਦੀ ਹੈ ਨਾ, ਤਿਨੀ ਵਿੱਚੇ ਮਾਇਆ ਪਾਇਆ, ਉਹਨਾਂ ਨੂੰ ਫਿਰ ਇਹ ਵਿੱਚੇ ਮਾਇਆ ਦੇ ਵਿੱਚ ਹੀ ਹਰੀ ਦੀ ਲਿਵ ਲੱਗ ਜਾਂਦੀ ਹੈ। ਕਹੇ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ, ਜਿਨ੍ਹਾਂ ਨੂੰ ਸਤਿਗੁਰੂ ਗੁਰ ਪ੍ਰਸਾਦੀ, ਸਤਿਗੁਰਾਂ ਦੀ ਕਿਰਪਾ ਸਦਕਾ ਜਿਨ੍ਹਾਂ ਨੂੰ ਇਹ ਲਿਵ ਲੱਗ ਜਾਂਦੀ ਹੈ ਨਾ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਜਿਨ੍ਹਾਂ ਨੂੰ ਪੂਰਬ ਲਿਖਤ ਦੇ ਅਨੁਸਾਰ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ, ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ ਪਰਮੇਸ਼ਰ ਦੇ ਨਾਲ, ਤਿਨੀ ਵਿੱਚੇ ਮਾਇਆ ਪਾਇਆ। ਉਹਨਾਂ ਨੇ ਫਿਰ ਇਹ ਮਾਇਆ ਦੇ ਵਿੱਚ ਰਹਿੰਦੇ ਹੋਇਆ ਹੀ ਵਿੱਚੇ ਗ੍ਰਹਿ ਉਦਾਸ, ਉਹ ਇਸ ਗ੍ਰਸਤੀ ਦੇ ਵਿੱਚ ਰਹਿੰਦਿਆਂ ਹੋਇਆ ਹੀ ਉਦਾਸ ਹੋ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ। ਸਤਿਗੁਰੂ ਫਰਮਾਉਂਦੇ ਹਨ ਨਾ, ਰੇ ਮਨ ਐਸੋ ਕਰ ਸੰਨਿਆਸਾ, ਅਜਿਹਾ ਤੂੰ ਸੰਨਿਆਸ ਕਰ। ਜੰਗਲਾਂ ਵਿੱਚ ਜਾ ਕਰਕੇ ਸੰਨਿਆਸ ਨਹੀਂ ਕਰਨਾ ਸਿੱਖ ਨੇ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਰੇ ਮਨ ਐਸੋ ਕਰ ਸੰਨਿਆਸਾ, ਕਿਹੋ ਜਿਹਾ? ਬਨ ਸੇ ਸਦਨ ਸਭੈ ਕਰ ਸਮਝੋ, ਘਰ ਹੀ ਮਾਹੇ ਉਦਾਸਾ। ਜਿਹੜੇ ਸਦਨ ਸਾਰੇ ਜੀ ਹਨ, ਇਹਨਾਂ ਨੂੰ ਤੂੰ ਜੰਗਲ ਦੀ ਨਹੀਂ ਆਈ, ਆਪਣੇ ਘਰ ਨੂੰ ਸਮਝ ਕੇ ਤੇ ਘਰ ਹੀ ਮਾਹੇ ਉਦਾਸਾ, ਆਪਣੇ ਘਰ ਦੇ ਵਿੱਚ ਹੀ ਇਸ ਮਾਇਆ ਤੋਂ ਉਦਾਸ ਹੋ ਕਰਕੇ ਤੂੰ ਇਸ ਪ੍ਰਕਾਰ ਸੰਨਿਆਸ ਕਰ, ਤੇ ਫਿਰ ਮਨ ਹਰ ਲਿਵ ਮੰਡਲ ਮੰਡਾ ਹੈ। ਫਿਰ ਤੇਰਾ ਮਨ ਜਿਹੜਾ ਸਤਿਗੁਰਾਂ ਦੀ ਜਿਹੜੀ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਵਾਲੀ ਕਲਾ ਵਰਤੀ ਸੀ ਨਾ ਜਨਮ ਵੇਲੇ, ਮਨ ਹਰ ਲਿਵ, ਫਿਰ ਇਸ ਪ੍ਰਕਾਰ ਦੇ ਨਾਲ ਤੇਰਾ ਮਨ ਹਰੀ ਦੇ ਲਿਵ ਵਿੱਚ ਮੰਡਲ ਮੰਡਾ ਲੱਗ ਜਾਵੇਗਾ, ਜੁੜ ਜਾਵੇਗਾ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹੁਣ ਫਿਰ ਤੂੰ ਇੱਕ ਕਾਰਜ ਕਰ। ਜੇਕਰ ਤੂੰ ਚਾਹਣਾ ਹੈ ਨਾ, ਮਿਲ ਸਾਧੂ ਖੰਡਲ ਖੰਡਾ ਹੈ, ਤੇ ਮਨ ਇਹ ਖੰਡਲ ਖੰਡਾ ਹੋ ਜਾਣ, ਜਿਹੜੇ ਕਾਮ ਕ੍ਰੋਧ ਨਗਰ ਬਹੁ ਭਰਿਆ, ਤੇ ਮਨ ਹਰ ਲਿਵ ਮੰਡਲ ਮੰਡਾ, ਸਾਡਾ ਮਨ ਜਿਹੜਾ ਸਤਿਗੁਰਾਂ ਦੇ ਨਾਲ ਰਚ ਮਿਚ ਜਾਵੇ, ਇੱਕ ਮਿਕ ਹੋ ਜਾਵੇ। ਤੇ ਕੀ ਕਰ ਸਾਧੂ ਅੰਜਲੀ, ਸਾਧੂ ਸਤਿਗੁਰੂ ਹਨ, ਤੇ ਤਿਨਾਂ ਨੂੰ ਫਿਰ ਕੀ ਕਰ? ਅੰਜਲੀ, ਜੋ ਆਪਾਂ ਮੱਥਾ ਟੇਕਦੇ ਹਨ ਨਾ, ਗੋਡੇ ਟੇਕ ਕਰਕੇ ਦੋਏ ਹੱਥ ਥੱਲੇ ਲਗਾ ਕਰਕੇ ਮੱਥਾ ਲਗਾਉਣੇ ਹਾਂ, ਕੂਣੀਆਂ ਥੱਲੇ ਲੱਗਦੀਆਂ ਹਨ, ਇਹ ਹੁੰਦੀ ਹੈ ਅੰਜਲੀ ਕਰਨੀ, ਭਾਵ ਮੱਥਾ ਟੇਕਣਾ ਸਤਿਗੁਰਾਂ ਨੂੰ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਇਹ ਸਭ ਤੋਂ ਸ੍ਰੇਸ਼ਟ ਪੁੰਨ ਹੈ ਜੋ ਸਤਿਗੁਰਾਂ ਅੱਗੇ ਆਪਣਾ ਸੀਸ ਨਿਵਾ ਦੇਣਾ। ਸੀਸ ਨਿਵਾਉਣ ਦਾ ਅਰਥ ਕਿ ਆਪਣਾ ਆਪਾ ਸਮਰਪਿਤ ਕਰ ਦੇਣਾ ਸਤਿਗੁਰਾਂ ਪਾਸ। ਤੇ ਫਿਰ ਸਤਿਗੁਰੂ ਫਰਮਾਉਂਦੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਰ ਡੰਡੌਤ ਪੁਨ ਵੱਡਾ ਹੈ। ਸਤਿਗੁਰੂ ਫਿਰ ਕਹਿੰਦੇ ਕਰ ਡੰਡੌਤ, ਡੰਡੌਤ ਕਰਨੀ, ਜਿਹੜੀ ਡੰਡੇਵਤ ਹੋ ਕਰਕੇ ਪ੍ਰਣਾਮ ਕਰ ਦੇਣੀ, ਸਿੱਧੇ ਹੋ ਕਰਕੇ ਡੰਡੇ ਵਾਂਗ। ਇਹਦਾ ਕੀ ਅਰਥ ਹੈ ਕਿ ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਕਿ ਉਸ ਨੇ ਕਿਸ ਪਾਸੇ ਨੂੰ ਹਿੱਲਣਾ ਹੈ। ਜਿਹਦੇ ਹੱਥ ਵਿੱਚ ਉਹ ਡੰਡਾ ਹੈ, ਮਰਜ਼ੀ ਉਸ ਦੀ ਚੱਲਦੀ ਹੈ। ਤੂੰ ਇੰਜ ਕਰ ਡੰਡੌਤ, ਸਤਿਗੁਰਾਂ ਅੱਗੇ ਤੂੰ ਡੰਡੇਵਤ ਹੋ ਕੇ ਸਿੱਧਾ ਹੋ ਜਾ, ਲੰਮਾ ਪੈ ਕਰਕੇ ਪ੍ਰਣਾਮ ਕਰ ਦੇ। ਕਿ ਸਤਿਗੁਰਾਂ ਦੇ ਕਹਿਣ ਤੋਂ ਭਾਵ ਕਿ ਸਤਿਗੁਰਾਂ ਦੇ ਹੱਥ ਵਿੱਚ ਤੂੰ ਚਲਾ ਜਾ, ਤੇ ਜੇ ਸਤਿਗੁਰਾਂ ਦੀ ਜਿੱਧਰ ਮਰਜ਼ੀ ਹੋਵੇ ਤੈਨੂੰ ਹਿਲਾਉਣ, ਤੂੰ ਉਸ ਪਾਸੇ ਹੀ ਚੱਲ। ਇਹ ਹੈ ਡੰਡੌਤ ਕਰਨੀ, ਤੇ ਆਪਣਾ ਆਪਾ ਛੱਡ ਦੇਣਾ, ਆਪਣੀਆਂ ਮਰਜ਼ੀਆਂ ਨਹੀਂ ਕਰਨੀਆਂ। ਇਹ ਕਿਉਂਕਿ ਤੂੰ ਹੁਣ ਦੰਡਵਤ ਹੋ ਕਰਕੇ ਡੰਡਾ ਜਿਹੜਾ ਆਪਣਾ ਹੈ ਤੂੰ ਸਤਿਗੁਰਾਂ ਦੇ ਹੱਥ ਫੜਾ ਦਿੱਤਾ। ਹੁਣ ਸਤਿਗੁਰੂ ਜਿੱਧਰ ਚਲਾਉਣਗੇ ਤੂੰ ਉਹਨਾਂ ਦੇ ਅਨੁਸਾਰੀ ਹੋ ਕਰਕੇ ਅੰਮ੍ਰਿਤ ਵੇਲੇ ਉੱਠ, ਨਿਤਨੇਮ ਕਰ, ਖੰਡੇ ਬਾਟੇ ਦਾ ਅੰਮ੍ਰਿਤ ਛਕ, ਕਿਉਂਕਿ ਸਤਿਗੁਰੂ ਤਾਂ ਇਹੀ ਹੁਕਮ ਕਰਦੇ ਹਨ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ।
ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਜੇ ਤੂੰ ਡੰਡੌਤ ਕਰਤੀ ਨਾ ਸਤਿਗੁਰਾਂ ਨੂੰ, ਫਿਰ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਚੱਲ। ਤੇ ਹੁਣ ਬਖਸ਼ਿਸ਼ ਕਰਦੇ ਹਨ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਇਹ ਵੀ ਵੱਡਾ ਪੁੰਨ ਹੈ, ਕਿਉਂਕਿ ਇਹ ਚੀਜ਼ ਕਰਨ ਦੇ ਨਾਲ ਤੇਰਾ ਕਾਮ ਕ੍ਰੋਧ ਜਿਹੜਾ ਨਗਰ ਭਰਿਆ ਹੈ ਨਾ ਸਰੀਰ, ਇਹ ਖੰਡਲ ਖੰਡਾ ਇਹ ਨਾਸ ਹੋ ਜਾਵੇਗਾ। ਪਰ ਸਤਿਗੁਰੂ ਜਿਸ ਸਮੇਂ ਤੋਂ ਅਸੀਂ ਜਨਮ ਲਿਆ ਹੈ, ਸਾਡੇ ਮਾਪਿਓ ਸਾਨੂੰ ਸਤਿਗੁਰਾਂ ਅੱਗੇ ਲਿਆਣ ਕਰਕੇ ਮੱਥਾ ਟਿਕਾ ਰਹੇ ਸਨ। ਸਾਡਾ ਜਦੋਂ ਦੀ ਅਸੀਂ ਸੁਰਤ ਸੰਭਾਲੀ ਹੈ, ਅਸੀਂ ਉਦੋਂ ਦਾ ਆਪ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਆ ਰਹੇ ਹਾਂ। ਸਾਰੀ ਉਮਰ ਲੰਘ ਗਈ ਹੈ, ਪਰ ਸਤਿਗੁਰੂ ਸਾਡੇ ਤਾਂ ਇਹ ਕਾਮ ਕ੍ਰੋਧ ਇਹ ਖੰਡਲ ਖੰਡਾ ਨਾਸ ਹੋਏ ਹੀ ਨਹੀਂ। ਇਹ ਬਖਸ਼ਿਸ਼ ਕਰੋ, ਇਹਦਾ ਕੀ ਕਾਰਨ? ਸਤਿਗੁਰਾਂ ਨੇ ਬਚਨ ਫਰਮਾਇਆ, ਜਿਸ ਪ੍ਰਕਾਰ ਦੇ ਨਾਲ ਇਹ ਸਰੀਰ ਝੁਕਦਾ ਹੈ ਨਾ, ਇਹ ਕਲਾ ਐਵੇਂ ਵਾਪਰ ਜਾਂਦੀ ਹੈ ਕਿ ਸਰੀਰ ਤਾਂ ਸਾਡਾ ਝੁਕ ਜਾਂਦਾ ਹੈ, ਪਰ ਮਨ ਨਹੀਂ ਝੁਕਦਾ। ਮੁੱਦਾ ਤਾਂ ਇੱਥੇ ਮਨ ਨੂੰ ਝੁਕਾਉਣ ਦਾ ਹੈ। ਸਰੀਰਕ ਢਾਂਚਾ ਝੁਕ ਜਾਂਦਾ ਹੈ, ਪਰ ਸਤਿਗੁਰਾਂ ਦੇ ਅੱਗੇ ਆਪਾਂ ਮਨ ਆਪਣਾ ਅਰਪਣ ਨਹੀਂ ਕਰਦੇ। ਜੋ ਸ਼ਿਕਾਰੀ ਹੈ ਨਾ, ਉਹ ਵੀ ਤਾਂ ਕਿਤਨਾ ਨੀਵਾਂ ਹੋ ਕਰਕੇ ਤੇ ਸ਼ਿਕਾਰ ਨੂੰ ਨਿਸ਼ਾਨਾ ਬਣਾ ਕਰਕੇ ਤੇ ਕਰਦਾ ਹੈ ਉਸ ਨੂੰ ਵਾਰ, ਪਰ ਉਹ ਕੋਈ ਧਰਮ ਦਾ ਕਰਮ ਤਾਂ ਨਹੀਂ ਨਾ ਕਰਦਾ। ਉਹ ਨਿਸ਼ਾਨਾ ਬਣਾਉਂਦਾ ਹੈ, ਕੇਵਲ ਆਪਣਾ ਸਵਾਰਥ ਪੂਰਾ ਕਰਨ ਵਾਸਤੇ ਝੁਕਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ, ਮਹਾਰਾਜ ਬਖਸ਼ਿਸ਼ ਕਰਦੇ ਹਨ, ਕਹਾ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ। ਮਲ ਵੀ ਤਾਂ ਅਨੇਕਾਂ ਡੰਡ ਕੱਢਦੇ ਹਨ, ਉਹ ਇਸ ਪ੍ਰਕਾਰ ਨਾਲ ਡੰਡੇਵਤ ਹੁੰਦੇ ਹਨ। ਪਰ ਸਤਿਗੁਰੂ ਕਹਿੰਦੇ ਜਿਹੜਾ ਅਸਲੀ ਮੁੱਦਾ ਹੈ ਨਾ ਸਤਿਗੁਰਾਂ ਅੱਗੇ ਸੀਸ ਨਿਵਾਉਣ ਦਾ, ਆਪਾਂ ਆਪ ਸਮਰਪਿਤ ਕਰ ਦੇਣਾ, ਸਤਿਗੁਰਾਂ ਦੇ ਅਨੁਸਾਰੀ ਹੋ ਜਾਣਾ। ਤੂੰ ਇਹ ਨਹੀਂ ਕੀਤਾ, ਇਸ ਕਰਕੇ ਤੇਰਾ ਕਾਮ ਕ੍ਰੋਧ ਇਹ ਖੰਡਲ ਖੰਡਾ ਨਹੀਂ ਹੋਇਆ। ਮੱਥਾ ਟੇਕਿਆ ਸੀ ਭਾਈ ਲਹਿਣਾ ਜੀ ਨੇ, ਜੋ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਣੇ, ਫਿਰ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ। ਮੱਥਾ ਟੇਕਿਆ ਸੀ ਭਾਈ ਲਹਿਣਾ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸ। ਫਿਰ ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਖਿਆ ਸੀ ਨਾ ਕਿ ਤੂੰ ਕਿਉਂ ਰੁਕ ਗਿਆ ਹੈ, ਜਦੋਂ ਪਰਖ ਕਰ ਰਹੇ ਸੀ ਅਖੀਰ ਤੇ ਸਮੇਂ, ਕਿ ਤੂੰ ਇੱਥੇ ਕੀ ਕਰ ਰਿਹਾ ਹੈ ਭਾਈ ਲਹਿਣਿਆ, ਤੂੰ ਇੱਥੇ ਕੀ ਕਰਦਾ ਹੈ? ਸਾਰੇ ਚਲੇ ਗਏ ਹਨ। ਸਤਿਗੁਰਾਂ ਨੇ ਛਿਟੀ ਦੇ ਨਾਲ ਵੀ ਸਾਰਿਆਂ ਨੂੰ ਭਜਾ ਦਿੱਤਾ ਸੀ, ਪਰ ਭਾਈ ਲਹਿਣਾ ਜੀ ਉੱਥੇ ਰੁਕੇ ਸਨ। ਸਤਿਗੁਰਾਂ ਦੇ ਪੁੱਛਣ ਤੇ ਵੀ ਤੂੰ ਕਿਉਂ ਇੱਥੇ ਰੁਕਿਆ, ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਤੇ ਭਾਈ ਲਹਿਣਾ ਜੀ ਨੇ ਅਜਿਹਾ ਇੱਕ ਸਮੇਂ ਜਿਹੜਾ ਮੱਥਾ ਟੇਕਿਆ ਸੀ ਨਾ, ਕਹਿਣ ਲੱਗੇ ਕਿ ਘਰ ਨੂੰ ਉਹ ਜਾਂਦੇ ਹਨ ਜਿਨ੍ਹਾਂ ਦਾ ਘਰ ਹੁੰਦਾ ਹੈ। ਸਤਿਗੁਰੂ ਮੇਰਾ ਘਰ ਤਾਂ ਤੁਸੀਂ ਹੀ ਹੋ, ਮੇਰਾ ਤਾਂ ਘਰ ਹੀ, ਹੋਰ ਕੋਈ ਨਹੀਂ, ਮੈਂ ਕਿੱਥੇ ਜਾਵਾਂ? ਇਹ ਸਤਿਗੁਰਾਂ ਨੇ ਜਦੋਂ ਉਹਨਾਂ ਦੀ ਪਰਖ ਹੋ ਗਈ, ਫਿਰ ਸਤਿਗੁਰਾਂ ਨੇ ਉਹਨਾਂ ਨੂੰ ਜਿਹੜੀ ਜੋਤ, ਜਿਹੜੀ ਗੁਰਤਾ ਗੱਦੀ ਦੀ ਜੋਤ ਉਹਨਾਂ ਨੂੰ ਅਜਿਹੀ ਬਖਸ਼ਿਸ਼ ਕਰ ਦਿੱਤੀ। ਇਹ ਹੁੰਦਾ ਹੈ ਮੱਥਾ ਟੇਕਣਾ। ਮੱਥਾ ਟੇਕਣਾ ਆਪਣੇ ਮਨ ਨੂੰ ਅਰਪਣ ਕਰ ਦੇਣਾ, ਆਪਣਾ ਆਪਾ ਅਰਪਣ ਕਰ ਦੇਣਾ। ਆਪਾਂ ਤਾਂ ਮੱਥਾ ਟੇਕ ਕਰਕੇ ਤੇ ਆਪਣੇ ਮਨ ਨੂੰ ਫਿਰ ਚੱਕ ਲੈਂਦੇ ਹਾਂ। ਜੇਕਰ ਅਜਿਹਾ ਕਰਾਂਗੇ ਤੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ, ਜਿਹੜੇ ਖੰਡਲ ਖੰਡਾ ਹੋਣੇ ਹਨ ਨਾ ਮੱਥਾ ਟੇਕਣ ਦੇ ਨਾਲ, ਇਹ ਫਿਰ ਨਹੀਂ ਹੋਣੇ। ਸਤਿਗੁਰੂ ਕਹਿੰਦੇ ਤੂੰ ਇਹੀ ਕੰਮ ਕਰ ਜਿਹੜਾ ਅਸਲੀ ਡੰਡੌਤ ਹੈ, ਕਰ ਸਾਧੂ ਅੰਜਲੀ। ਸਤਿਗੁਰਾਂ ਨੂੰ ਮੱਥਾ ਟੇਕ, ਕਰ ਡੰਡੌਤ, ਆਪਣੇ ਮਨ ਨੂੰ ਵੀ ਟੇਕ ਦੇ ਸਤਿਗੁਰਾਂ ਅੱਗੇ ਤੇ ਸਤਿਗੁਰਾਂ ਦੇ ਅਨੁਸਾਰੀ ਹੋ ਜਾ। ਫਿਰ ਇਹ ਸਤਿਗੁਰੂ ਬਖਸ਼ਿਸ਼ ਕਰਨਗੇ ਕਿ ਤੇਰੇ ਕਾਮ ਕ੍ਰੋਧ ਜਿਹੜੇ ਖੰਡਲ ਖੰਡਾ ਹੋ ਜਾਣਗੇ ਤੇ ਮਨ ਹਰ ਲਿਵ ਮੰਡਲ ਮੰਡਾ, ਤੇਰਾ ਮਨ ਇਹ ਸਤਿਗੁਰਾਂ ਦੇ ਲਿਵ ਦੇ ਅੰਦਰ ਮੰਡਿਆ ਜਾਵੇਗਾ। ਕਿਉਂਕਿ ਸਤਿਗੁਰਾਂ ਅੱਗੇ ਆਣ ਕਰਕੇ ਆਪਣੇ ਬਦੋ ਬਦੀ ਹੱਥ ਜੁੜ ਜਾਂਦੇ ਹਨ ਨਾ। ਸਤਿਗੁਰਾਂ ਅੱਗੇ ਹੱਥ ਜੋੜਨ ਦਾ ਕੀ ਪਰਿਭਾਸ਼ਾ ਕੀ ਹੈ ਕਿ ਆਪਣੇ ਸਤਿਗੁਰੂ, ਹੇ ਸਤਿਗੁਰੂ ਤੁਸੀਂ ਤੁਹਾਡੇ ਅੱਗੇ ਸਾਡੇ ਹੱਥ ਜੁੜੇ ਹਨ, ਕਿਉਂਕਿ ਬਾਹਰ ਸਾਡੇ ਹੱਥ ਵਿੱਚ ਕੋਈ ਪ੍ਰਭਤਾ ਸੀ, ਸਾਡੇ ਹੱਥ ਵਿੱਚ ਮਾਇਆ ਦੀ ਤਾਕਤ ਸੀ ਸਾਡੇ ਕੋਲ, ਪਰ ਸਤਿਗੁਰੂ ਤੁਹਾਡੇ ਅੱਗੇ ਸਾਡੇ ਹੱਥ ਜੁੜੇ ਹਨ, ਸਾਡੇ ਹੱਥ ਖਾਲੀ ਹਨ। ਕੋਈ ਸਾਨੂੰ ਆਸਰਾ ਨਹੀਂ ਕਿਸੇ ਦਾ, ਕੋਈ ਮਾਣ ਨਹੀਂ ਕਿਸੇ ਸ਼ੈ ਦਾ, ਤੁਹਾਡੇ ਚਰਨਾਂ ਵਿੱਚ ਖਾਲੀ ਹੱਥੀ ਆਏ ਹਾਂ ਤੇ ਕਿਰਪਾ ਕਰੋ ਸਾਡੀਆਂ ਝੋਲੀਆਂ ਤੁਸੀਂ ਭਰ ਦਿਓ। ਫਿਰ ਸਤਿਗੁਰੂ ਬਖਸ਼ਿਸ਼ ਕਰਨਗੇ। ਸਤਿਗੁਰੂ ਫਰਮਾ ਰਹੇ ਹਨ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਤੇ ਕਰ ਡੰਡੌਤ ਪੁੰਨ ਵੱਡਾ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਅੱਗੇ ਤੂੰ ਡੰਡੌਤ ਕਰ। ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ। ਰਹਾਉ ਦੇ ਬਖਸ਼ਿਸ਼ ਕਰਦੇ ਹਨ, ਠਹਿਰਾ ਦੇ ਕਰਕੇ ਸਤਿਗੁਰੂ ਫਰਮਾ ਰਹੇ ਹਨ, ਸਾਕਤ ਹਰ ਰਸ, ਜਿਹੜੇ ਸਾਕਤ ਹਨ ਨਾ ਕਠੋਰ ਚਿੱਤ ਵਾਲੇ, ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਬਿਰਤੀ ਆਪਣੀ ਨਹੀਂ ਜੋੜੀ, ਸਾਕਤ ਹਰ ਰਸ ਸਾਧ ਨਾ ਜਾਣਿਆ। ਜਿਹੜਾ ਹਰੀ ਪਰਮੇਸ਼ਰ ਦਾ ਰਸ ਸਵਾਦ ਹੈ ਨਾ, ਉਹ ਉਹਨਾਂ ਨੇ ਚੱਖ ਕਰਕੇ ਨਹੀਂ ਦੇਖਿਆ।
ਤਿਨ ਅੰਤਰ ਹਉਮੈ ਕੰਡਾ ਹੈ। ਉਹਨਾਂ ਦੇ ਅੰਦਰ ਸਾਕਤ ਜਿਹੜਾ ਜੀਵ ਹੈ, ਆਪਾਂ ਸਾਕਤ ਦੀ ਪਰਿਭਾਸ਼ਾ ਹੁਣ ਆਪਾਂ ਸਰਵਣ ਕਰਾਂਗੇ। ਇੱਕ ਵਾਰੀ ਸ਼ਬਦ ਆਪਾਂ ਸਰਵਣ ਕਰ ਲਈਏ। ਤਿਨ ਅੰਤਰ ਹਉਮੈ ਕੰਡਾ ਹੈ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ, ਉਹਨਾਂ ਨੂੰ ਹਉਮੈ ਜਿਹੜਾ ਅਹੰਕਾਰ ਹੈ ਨਾ, ਹਰ ਇੱਕ ਚੀਜ਼ ਦਾ ਉਹ ਅਹੰਕਾਰ ਕਰਦੇ ਹਨ ਕਿ ਹਰ ਪਾਸੇ ਮੇਰਾ ਹੀ ਨਾਮ, ਮੇਰਾ ਹੀ ਬੋਲਬਾਲਾ ਹੋ ਜਾਵੇ, ਮੇਰਾ ਹੀ ਸਾਰੀ ਗੱਲ ਮੰਨਣ। ਇਸ ਪ੍ਰਕਾਰ ਜੋ ਹਉਮੈ ਦਾ ਉਹਨਾਂ ਨੂੰ ਕੰਡਾ ਹਰ ਵਕਤ ਹੀ ਚੁਭਦਾ ਰਹਿੰਦਾ ਹੈ। ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵੈ। ਜਿਵੇਂ ਜਿਵੇਂ ਉਹ ਚੱਲਦਾ ਹੈ ਉਹਨਾਂ ਨੂੰ ਚੁੱਭਦਾ ਹੈ ਇਸ ਸੰਸਾਰ ਦੇ ਅੰਦਰ ਹਉਮੈ ਦਾ ਕੰਡਾ। ਜਮਕਾਲ ਸਹਿ ਸਿਰ ਡੰਡਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਇਸ ਜੀਵਨ ਦੇ ਅੰਦਰ ਜਿਉਂਦਿਆਂ ਉਸ ਨੂੰ ਹਉਮੈ ਦਾ ਕੰਡਾ ਤੰਗ ਕਰਦਾ ਹੈ, ਤੇ ਜਿਸ ਸਮੇਂ ਉਹ ਮਰ ਜਾਂਦਾ ਹੈ ਫਿਰ ਜਮ ਦਾ ਡੰਡਾ ਬਣ ਕੇ ਉਹਨਾਂ ਨੂੰ ਉਹਦਾ ਕਸ਼ਟ ਦਿੰਦਾ ਹੈ। ਜਿਉਂਦੇ ਜੀ ਤਾਂ ਉਹ ਹਉਮੈ ਦਾ ਕੰਡਾ ਜਿਹੜਾ ਉਹ ਚੁੱਭਦਾ ਹੈ, ਦੁੱਖ ਦਿੰਦਾ ਹੈ, ਤੇ ਜਦੋਂ ਜੀਵ ਇਹ ਮਰ ਜਾਂਦਾ ਹੈ ਨਾ, ਉਹੀ ਕੰਡਾ ਫਿਰ ਜਮ ਦਾ ਡੰਡਾ ਬਣ ਕੇ ਇਹਦੇ ਸਿਰ ਤੇ ਵੱਜਦਾ ਹੈ ਤੇ ਇਸ ਨੂੰ ਕਸ਼ਟ ਦਿੰਦਾ ਹੈ। ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਜਿਹੜੇ ਸਾਕਤ ਦੀ ਪਰਿਭਾਸ਼ਾ ਸਤਿਗੁਰੂ ਦਿੰਦੇ ਹਨ, ਜੋ ਭਲਾਈ ਸੋ ਬੁਰਾ ਜਾਣੈ। ਜੇਕਰ ਕੋਈ ਜੀਵ ਉਸ ਦੀ ਭਲਾਈ ਕਰੇ, ਉਸ ਦਾ ਕੋਈ ਕਾਰਜ ਸਵਾਰੇ, ਸੋ ਬੁਰਾ ਜਾਣੈ। ਉਸ ਨੂੰ ਉਹ ਬੁਰਾ ਕਰਕੇ ਜਾਣਦਾ ਹੈ ਕਿ ਕਿਤੇ ਇਹਦਾ ਕੋਈ ਸਵਾਰਥ ਹੋਵੇਗਾ ਵੀ ਅੱਜ ਮੇਰੀ ਭਲਾਈ ਕਰਦਾ ਹੈ, ਇਹਨੇ ਆਪਦਾ ਸਵਾਰਥ ਨਾ ਕੱਢਣਾ ਹੋਵੇ। ਇਹ ਸਾਕਤ ਦੀ ਬਿਰਤੀ ਹੈ। ਅਥਵਾ ਜੋ ਭਲਾਈ, ਜੋ ਇਹਦਾ ਜੀਵ ਦੀ ਇਸ ਦੇ ਆਤਮਾ ਦੀ ਜਿਹੜੀ ਭਲਾਈ ਦਾ ਕਾਰਜ ਹੈ ਨਾ, ਸਤਿਗੁਰਾਂ ਦੀ ਸੇਵਾ ਕਰਨੀ, ਸਿਮਰਨ ਕਰਨਾ, ਸੋ ਬੁਰਾ ਜਾਣੈ। ਇਹ ਸਾਕਤ ਜੀਵ ਐਸਾ ਹੈ, ਉਸ ਨੂੰ ਬੁਰਾ ਕਰਕੇ ਜਾਣਦਾ ਹੈ, ਕਦੀ ਸੇਵਾ ਨਹੀਂ ਕਰਦਾ। ਸਾਚ ਕਹੈ ਸੋ ਬਿਖੂ ਸਮਾਨੈ। ਜੇਕਰ ਕੋਈ ਇਸ ਨੂੰ ਸੱਚ ਆਖ ਦੇਵੇ ਨਾ, ਸੱਚ ਕਹਿ ਦੇਵੇ, ਕਿਉਂਕਿ ਆਪਾਂ ਵੀ ਕਹਿੰਦੇ ਹਾਂ ਕਿ ਸੱਚ ਕੌੜਾ ਹੁੰਦਾ ਹੈ। ਇਹ ਸਾਕਤ ਜਿਹੜਾ ਹੈ ਇਹ ਕੌੜਾ ਨਹੀਂ, ਬਿਖੈ ਸਮਾਨ, ਇਹ ਸੱਚ ਨੂੰ ਜ਼ਹਿਰ ਦੀ ਨਿਆਈ ਸਮਝਦਾ ਹੈ। ਐਸਾ ਇਸ ਨੇ ਝੂਠ ਦਾ ਆਸਰਾ ਲਿਆ ਹੋਇਆ ਹੈ। ਜਾਣੈ ਨਾਹੀ ਜੀਤ ਹਰ ਅਰ ਹਾਰ। ਇਸ ਨੂੰ ਜਿੱਤ ਹਾਰ ਦੀ ਕੋਈ ਸੋਝੀ ਹੀ ਨਹੀਂ ਕਿ ਇਸ ਜੀਵ ਨੂੰ ਵਾਰੀ ਮਿਲੀ ਹੈ ਨਾ, ਇਹ ਬਾਜੀ ਮਿਲੀ ਹੈ, ਜਿਹੜੀ ਸਰੀਰ ਮਿਲ ਗਿਆ ਇਹ ਜਿੱਤਣ ਦੀ, ਜਿੱਤਣਾ ਹੈ ਇਸ ਬਾਜੀ ਨੂੰ ਤੇ ਪਰਮੇਸ਼ਰ ਦੇ ਨਾਲ ਇੱਕ ਮਿਕ ਹੋਣਾ ਹੈ। ਜੋਤ ਦੀ, ਪਰਮੇਸ਼ਰ ਦੀ ਪਰਮ ਜੋਤ ਦੇ ਨਾਲ ਆਪਣੀ ਜੋਤ ਨੂੰ ਮਿਲਾ ਲੈਣਾ ਹੈ। ਇਸ ਨੂੰ ਕੋਈ ਸੋਝੀ ਹੀ ਨਹੀਂ। ਜਾਣੈ ਨਾਹੀ ਜੀਤ ਅਰ ਹਾਰ, ਕਿ ਮੈਂ ਕਿਤੇ ਇਸ ਜੀਵਨ ਤੋਂ ਹਾਰ ਕੇ ਨਾ ਚਲਾ ਜਾਵਾਂ। ਇਹ ਸਾਕਤ ਦੀ ਬਿਰਤੀ ਹੈ। ਇਹੋ ਵਲੇਵਾ ਸਾਕਤ ਸੰਸਾਰ ਜਿਹੜਾ ਇਹ ਵਲ ਛਲ ਜਿਹੜਾ ਵਲੇਵਾ ਕਰਦਾ ਹੈ ਨਾ, ਸਾਕਤ ਇਹੋ ਜਿਹਾ ਹੁੰਦਾ ਹੈ। ਸਤਿਗੁਰੂ ਇਹ ਸਾਕਤ ਸੰਸਾਰੀ ਜਿਹੜਾ ਸਾਕਤ ਜੀਵ ਹੈ ਉਹ ਇਹ ਨਿਸ਼ਾਨੀ ਹੈ ਉਸ ਦੀ। ਜੋ ਹਲਾਹਲ ਸੋ ਪੀਵੈ ਬੌਰਾ। ਜਿਹੜਾ ਹਲਾਹਲ ਇਸ ਦੀ ਮੱਤ ਨੂੰ ਖਤਮ ਕਰ ਦੇਣ ਵਾਲਾ, ਇਹ ਰਸ ਕਸ ਜਿਹੜੇ ਹਨ ਇਹਨਾਂ ਨੂੰ ਰਸਾਂ ਦਾ ਸਵਾਦ ਪੀਂਦਾ ਹੈ। ਬੌਰਾਨਾ ਹੋਇਆ, ਪਾਗਲ ਹੋਇਆ ਪੀ ਰਿਹਾ ਹੈ। ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਇਹ ਰਸਾਂ ਦੇ ਸਵਾਦ ਦੇ ਵਿੱਚ ਤਾਂ ਰਸਾਂ ਦਾ ਸਵਾਦ ਜਿਹੜੀਆਂ ਵਾਸ਼ਨਾ ਲਾਉਣ ਵਾਲਾ, ਵਾਸ਼ਨਾ ਇਹੋ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ, ਜਿਹਦੇ ਕਾਰਨ ਕਰਕੇ ਇਸ ਨੂੰ ਬਾਰ-ਬਾਰ ਆਉਣਾ ਜਾਣਾ ਪੈਂਦਾ ਹੈ। ਇਹ ਜਿਹੜਾ ਸਾਕਤ ਹੈ ਨਾ, ਉਸ ਨੂੰ ਬੌਰਾ ਹੋ ਕੇ ਇਹ ਪੀਵੀ ਜਾ ਰਿਹਾ ਹੈ। ਫਿਰ ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਤੇ ਪਰ ਜਿਹੜਾ ਅੰਮ੍ਰਿਤ ਨਾਮ ਹੈ ਸਤਿਗੁਰਾਂ ਦਾ, ਇਹ ਉਸ ਨੂੰ ਕੌੜਾ ਕਰਕੇ ਜਾਣਦਾ ਹੈ। ਇਹ ਉਸ ਨੂੰ ਕਦੀ ਵੀ ਕਤੰਜਿਤ ਵੀ ਇਹ ਸਿਮਰਦਾ ਨਹੀਂ। ਸਾਧ ਸੰਗ ਕਹਿ ਨਾਹੀ ਨੇਰ। ਇਹ ਜਿਹੜਾ ਸਾਕਤ ਹੈ ਨਾ, ਸਤਿਗੁਰੂ ਕਹਿੰਦੇ ਸਾਧ ਸੰਗ, ਜਿਹੜੀ ਸਤ ਸੰਗਤ ਹੈ ਸਤਿਗੁਰਾਂ ਦੇ, ਨਾਹੀ ਨੇਰ। ਕਦੀ ਇਹ ਸਾਧ ਸੰਗਤ ਦੇ ਵਿੱਚ ਆਣ ਕਰਕੇ ਵੀ ਨਹੀਂ ਕਦੀ ਬੈਠਦਾ, ਇਹ ਸਾਧ ਸੰਗਤ ਦੇ ਨੇੜੇ ਵੀ ਨਹੀਂ ਲੱਗਦਾ। 184 ਭਰਮਤਾ ਫੇਰ। ਇਸ ਕਰਕੇ ਇਹ 184 ਜੂਨਾਂ ਦੇ ਅੰਦਰ ਫਿਰ ਇਹ ਭਰਮਦਾ ਫਿਰਦਾ ਹੈ। ਇਹ ਸਤਿਗੁਰਾਂ ਨੇ ਸਾਕਤ ਦੀ ਬਿਰਤੀ ਦੱਸੀ ਹੈ, ਜਿਹੜਾ ਸਤਿਗੁਰਾਂ ਤੋਂ ਟੁੱਟਾ ਹੋਇਆ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਣੋ ਡੀਠੀ। ਸਤਿਗੁਰੂ ਕਹਿੰਦੇ ਮੈਂ ਇਹ ਸਾਕਤ ਦੀ ਜਿਹੜੀ ਵਿਧੀ ਵਿਧਾਨ ਹੈ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਹੈ। ਇਹ ਅੰਮ੍ਰਿਤ ਜਿਹੜਾ ਨਾਮ ਹੈ ਉਸ ਨੂੰ ਕੌੜਾ ਕਰਕੇ ਜਾਣਦਾ ਹੈ, ਤੇ ਜਿਹੜੀ ਵਿਖਿਆ ਹੈ ਇਹ ਵਿਸ਼ਿਆਂ ਦੇ ਰਸ ਹਨ, ਇਹਨਾਂ ਨੂੰ ਮਿੱਠਾ ਕਰਕੇ ਜਾਣਦਾ ਹੈ। ਕੂੜ ਕਪਟ ਅਹੰਕਾਰ ਰਿਜਾਨਾ, ਤਿਨ ਅੰਤਰ ਹਉਮੈ ਕੰਡਾ ਹੈ। ਕੂੜ ਕਪਟ ਅਹੰਕਾਰ ਰਿਜਾਨਾ। ਅਹੰਕਾਰ ਦੇ ਅੰਦਰ, ਹਉਮੈ ਦੇ ਅੰਦਰ ਇਹ ਖੁਸ਼ ਹੁੰਦਾ ਹੈ। ਸੁਣਤ ਜਨ ਨਾਮ ਸੁਣਤ ਜਨ ਬਿਛੂ ਡਸਾਨਾ। ਤੇ ਜੇ ਸਮੇਂ ਇਸ ਨੂੰ ਕੋਈ ਨਾਮ ਸੁਣਾ ਦੇਵੇ ਨਾ ਪਰਮੇਸ਼ਰ ਦਾ, ਵਾਹਿਗੁਰੂ ਕਵੇ ਕਿ ਸਤ ਸਿਮਰਨ ਕਰਿਆ ਕਰ, ਤੇ ਉਸ ਨਾਮ ਨੂੰ, ਇਸ ਉਪਦੇਸ਼ ਨੂੰ ਸੁਣ ਕੇ ਫਿਰ ਐਂ ਉਸ ਨੂੰ ਦਰਦ ਹੁੰਦਾ ਹੈ ਜਿਵੇਂ ਬਿੱਛੂ ਦਾ ਡਸ ਲੱਗ ਜਾਵੇ। ਨਾਮ ਸੁਣਤ ਜਿਉਂ ਬਿਛੂ ਡਸਾਨਾ, ਜਿਵੇਂ ਬਿੱਛੂ ਦਾ ਡੰਗ ਲੱਗਦਾ, ਇਸ ਪ੍ਰਕਾਰ ਇਸ ਨੂੰ ਨਾਮ ਪਰਮੇਸ਼ਰ ਦਾ ਸੁਣ ਕੇ ਡੰਗ ਲੱਗਦਾ। ਇਹ ਸਾਕਤ ਦੀ ਬਿਰਤੀ ਹੈ। ਮਾਇਆ ਕਾਰਨ ਸਦ ਹੀ ਝੂਰੇ। ਸਦਾ ਹੀ ਝੂਰੇ, ਮਨ ਦੇ ਅੰਦਰ ਝੂਰਦਾ ਰਹਿੰਦਾ ਹੈ। ਇਹ ਉਦਮ ਕਰਦਾ ਰਹਿੰਦਾ ਹੈ ਕਿ ਮਾਇਆ ਕਾਰਨ ਵੀ ਕਿਸ ਤਰੀਕੇ ਨਾਲ ਮਾਇਆ ਇਕੱਠੀ ਹੋ ਜਾਵੇ।
ਮਨ ਮੁਖ ਕਬ ਹੈ ਨਾ ਉਸਤਤ ਕਰੈ। ਤੇ ਕਦੀ ਇਹ ਮਨ ਅਤੇ ਮੁਖ ਦੇ ਨਾਲ ਪਰਮੇਸ਼ਰ ਦੀ ਕਦੀ ਇਹ ਉਸਤਤ ਨਹੀਂ ਕਰਦਾ। ਇਹ ਸਾਕਤ ਜਿਹੜਾ ਜੀਵ ਹੈ ਨਾ ਉਹਦਾ ਇਹ ਲੱਛਣ ਹੈ। ਤਿੰਨ ਅੰਤਰ ਹਉਮੈ ਕੰਡਾ ਹੈ ਸਾਕਤ ਹਾਰ ਰਸ ਸਾਧ ਨਾ ਜਾਣਿਆ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਇਹਨੇ ਹਾਰ ਰਸ ਪਰਮੇਸ਼ਰ ਦਾ ਇਹਨੇ ਸਵਾਦ ਨਹੀਂ ਜਾਣਿਆ ਹਰੀ ਰਸ ਦਾ। ਤੇ ਇਹਦੇ ਅੰਦਰ ਹਉਮੈ ਕੰਡਾ ਹੈ। ਤੇ ਫਿਰ ਹਰ ਜਸ ਸੁਨਹਿ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ। ਇਹ ਜੋ ਸਾਕਤ ਹੈ ਨਾ ਹਰ ਜਸ ਸੁਣਦਾ ਹੈ ਨਾ ਗਾਉਂਦਾ ਹੈ, ਇਹ ਗੱਲਾਂ ਬਾਤਾਂ ਦੇ ਨਾਲ ਹੀ ਇਹ ਅਸਮਾਨ ਗਿਰਾਵੈ। ਅਸਮਾਨ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਅਸਮਾਨ ਦੇ ਤਾਰੇ ਵੀ ਥੱਲੇ ਲਿਆਉਣ ਨੂੰ ਕਰਦਾ ਹੈ। ਇਹ ਸਾਕਤ ਜਿਹੜਾ ਜੀਵ ਹੈ ਸਾਕਤ ਹਰ ਰਸ ਸਾਧ ਨਾ ਜਾਣਿਆ, ਉਹਨੇ ਪਰਮੇਸ਼ਰ ਦੇ ਰਸ ਦਾ ਸਾਧ ਨਹੀਂ ਜਾਣਿਆ। ਐਸੇ ਲੋਗਣ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ। ਕਿ ਜਿਹੜੇ ਭਗਤ ਤੋਂ ਬਾਝ ਕਰ ਦਿੱਤੇ, ਜਿਨ੍ਹਾਂ ਨੂੰ ਭਗਤੀ ਜਮਾਂ ਹੀ ਮਿਲੀ ਹੀ ਨਹੀਂ, ਸਤਿਗੁਰਾਂ ਨੇ ਵਾਂਝੇ ਹੀ ਰੱਖ ਦਿੱਤੇ ਭਗਤੀ ਤੋਂ। ਕਬੀਰ ਸਾਹਿਬ ਕਹਿੰਦੇ ਕਿ ਐਸੇ ਲੋਗਣ ਸਿਉ ਕਿਆ ਕਿ ਉਹਨਾਂ ਨੂੰ ਕੀ ਕਹਿ ਸਕਦੇ ਹਾਂ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ। ਉਹਨਾਂ ਤੋਂ ਭਾਈ ਡਰ ਕੇ ਰਹਿਣਾ ਚਾਹੀਦਾ ਹੈ, ਸਾਕਤ ਤੋਂ, ਉਹਨਾਂ ਦੀ ਸੰਗਤ ਤੋਂ ਡਰ ਕੇ ਭਾਵ ਦੂਰ ਹੀ ਰਹਿਣਾ ਚਾਹੀਦਾ ਹੈ, ਕਿਤੇ ਆਪਾਂ ਭੁਲੇਖਾ ਨਾ ਖਾ ਜਾਈਏ। ਕਿਉਂਕਿ ਇੱਕ ਸਮੇਂ ਕੇਲੇ ਦੇ ਬੂਟੇ ਨੇ ਵੀ ਭੁਲੇਖਾ ਖਾਧਾ ਨਾ। ਬੇਰਾਂ ਦੇ ਲਾਗੇ ਉਸ ਦਾ ਰੁੱਖ ਸੀਗਾ ਕੇਲਿਆਂ ਦਾ, ਤੇ ਉਸ ਨੂੰ ਸੀ ਚਲੋ ਇਸ ਨੂੰ ਕੰਡੇ ਹਨ, ਠੀਕ ਹੈ, ਇਹ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ। ਪਰ ਜਿਸ ਸਮੇਂ ਉਹ ਹਵਾ ਚੱਲੀ ਤੇ ਉਹਨਾਂ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਤੇ ਕੇਲੇ ਤੱਕ ਨੂੰ ਚੀਰ ਕਰਕੇ ਰੱਖ ਦਿੱਤਾ। ਐਸੀ ਹੈ ਸੰਗਤ ਸਾਕਤ ਦੀ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ। ਇਹ ਕੁਸੰਗਤ ਹੈ ਨਾ ਜਿਹੜੀ ਸਾਕਤ ਦੀ ਕਰ ਲੈਣੀ, ਇਹ ਇਉਂ ਹੈ ਜਿਵੇਂ ਕੇਲੇ ਦਾ ਰੁੱਖ ਬੇਰਾਂ ਦੇ ਲਾਗੇ ਹੋਵੇ। ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਿ ਉਹ ਝੂਲਦਾ ਹੈ ਬੇਰ ਦਾ ਰੁੱਖ ਤੇ ਕੰਡਿਆਂ ਦੇ ਨਾਲ ਉਹ ਚੀਰੀਐ, ਕੇਲੇ ਦਾ ਰੁੱਖ ਚੀਰਿਆ ਜਾਂਦਾ ਹੈ, ਪੱਤੇ ਤੇ ਕੇਲੇ। ਕਬੀਰ ਸਾਹਿਬ ਕਹਿੰਦੇ ਸਾਕਤ ਸੰਗ ਨਾ ਹੇਰ। ਤੇ ਇਸ ਕਰਕੇ ਸਾਕਤ ਦੀ ਸੰਗਤ ਨਹੀਂ ਕਰਨੀ ਚਾਹੀਦੀ, ਉਸ ਦੇ ਨਾਲ ਹੇਰ ਨਹੀਂ ਬੈਠਣਾ ਉੱਠਣਾ ਚਾਹੀਦਾ। ਤਿੰਨ ਤੇ ਸਦਾ ਡਰਾਨੇ ਰਹੀਐ। ਕਿਉਂ? ਕਿਉਂਕਿ ਸਾਕਤ ਹਰ ਰਸ ਸਾਧ ਨਾ ਜਾਣਿਆ, ਉਹਨੇ ਹਰੀ ਪਰਮੇਸ਼ਰ ਦੇ ਰਸ ਦਾ ਸਵਾਦ ਜਾਣਿਆ ਹੀ ਨਹੀਂ। ਅਤੇ ਜੈਸਾ ਉਹ ਆਪ ਹੈ ਉਹ ਉਹੋ ਜਿਹਾ ਹੀ ਫਿਰ ਆਪਣੀ ਸੰਗਤ ਨੂੰ ਬਣਾ ਦੇਵੇਗਾ। ਕਿਉਂਕਿ ਖਰਬੂਜੇ ਨੂੰ ਵੇਖ ਕਰਕੇ ਖਰਬੂਜਾ ਰੰਗ ਫੜ ਹੀ ਜਾਂਦਾ ਹੈ। ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਧਾਨ ਗ੍ਰਹਿ 36 ਗ੍ਰਹਿ ਸਾਕਤ 36 ਪ੍ਰਕਾਰ ਸੋ ਬਿਖੂ ਸਮਾਨ। ਜਿਹੜਾ ਸੰਤਨ ਹੈ ਨਾ, ਸੰਤ ਹਨ ਜਾਂ ਸੰਤ ਜਨ ਹਨ, ਸੰਤਨ ਕਾ ਦਾਣਾ ਰੂਖਾ, ਉਹਨਾਂ ਦੀ ਭਾਵੇਂ ਰੋਟੀ ਰੁੱਖੀ ਖਾਣੀ ਪੈ ਜਾਵੇ, ਸੋ ਸਰਬ ਨਿਧਾਨ। ਸਤਿਗੁਰੂ ਕਹਿੰਦੇ ਕਿ ਉਹ ਬੜਾ ਨਿਧਾਨ ਖਜ਼ਾਨਾ ਹੈ, ਉਹ ਬੜਾ ਸਰਬ ਨਿਧਾਨ ਖਜ਼ਾਨਿਆਂ ਦੇ ਬਰਾਬਰ ਹੈ। ਉਹ ਜਿਹੜੀ ਸੁੱਕੀ ਰੋਟੀ ਵੀ ਸੇਵਾ ਕਰਨ ਵਾਲੇ ਸੇਵਕ ਦੀ ਹਰ ਜਣ ਦੇ ਘਰੋਂ ਖਾ ਲੈਣੀ। ਤੇ ਜਿਹੜਾ ਸਾਕਤ ਗ੍ਰਹਿ ਸਾਕਤ 36 ਪ੍ਰਕਾਰ ਤੇ ਜਿਹੜਾ ਸਾਕਤ ਹੈ ਨਾ ਪਰਮੇਸ਼ਰ ਤੋਂ ਟੁੱਟਿਆ ਹੋਇਆ, ਸਤਿਗੁਰਾਂ ਤੋਂ ਟੁੱਟਿਆ ਹੋਇਆ, ਭਾਵੇਂ ਉਸ ਦੇ ਘਰ 36 ਪ੍ਰਕਾਰ ਦੇ ਭੋਜਨ ਵੀ ਬਣੇ ਹੋਣ ਤੇ ਬਿਖੂ ਸਮਾਨ, ਭਾਈ ਉਹ ਜ਼ਹਿਰ ਦੀ ਨਿਆਈ ਸਮਝਣੇ ਚਾਹੀਦੇ ਹਨ। ਕਿਉਂ? ਕਿਉਂਕਿ ਉਸਨੇ ਕਦੀ ਆਪਣੇ ਹੱਥਾਂ ਦੇ ਨਾਲ ਕਦੀ ਦਰ ਦੀ ਸਤਿਗੁਰਾਂ ਦੇ ਦਰ ਦੀ ਸੇਵਾ ਨਹੀਂ ਕੀਤੀ, ਆਪਣੇ ਮੂੰਹ ਤੋਂ ਕਦੀ ਸਤਿਗੁਰਾਂ ਦਾ ਉਸਨੇ ਜਸ ਹੀ ਨਹੀਂ ਉਚਾਰਿਆ, ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਹੀ ਨਹੀਂ ਕੀਤੇ। ਗੁਰ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ ਹੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਹੈ। ਇਸ ਕਹਿਣ ਤੋਂ ਭਾਵ ਜਿਨ੍ਹਾਂ ਨੇ ਸਤਿਗੁਰਾਂ ਦੇ ਕਦੀ ਦਰਸ਼ਨ ਹੀ ਨਹੀਂ ਕੀਤੇ, ਜਿਨ੍ਹਾਂ ਨੇ ਕਦੀ ਸਤਿਗੁਰਾਂ ਦੀ ਸੇਵਾ ਹੀ ਨਹੀਂ ਕੀਤੀ, ਉਸ ਦੇ ਹੱਥ ਦਾ ਬਣਿਆ ਹੋਇਆ ਭਾਵੇਂ 36 ਪ੍ਰਕਾਰ ਦੇ ਭੋਜਨ ਬਣੇ ਹੋਣ, ਉਹ ਜ਼ਹਿਰ ਦੀ ਨਿਆਈ ਜਾਣ ਕਰਕੇ ਤੇ ਛੱਡ ਦੇਣੇ ਚਾਹੀਦੇ ਹਨ। ਇਹ ਸਤਿਗੁਰਾਂ ਨੇ ਕਿਉਂ ਛੱਡ ਦੇਣੇ ਚਾਹੀਦੇ ਹਨ? ਕਿਉਂਕਿ ਸਾਕਤ ਹਰ ਰਸ ਸਾਧ ਨਾ ਜਾਣਿਆ, ਉਹਨੇ ਹਰੀ ਪਰਮੇਸ਼ਰ ਦੇ ਰਸ ਦਾ ਸਵਾਦ ਜਿਹੜਾ ਸਾਕਤ ਹੈ ਉਸਨੇ ਨਹੀਂ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਹੈ, ਫਿਰ ਉਹਦੇ ਅੰਦਰ ਜਿਹੜਾ ਨਾ ਹਉਮੈ ਦਾ ਕੰਡਾ ਚੁਭਦਾ ਰਹਿੰਦਾ ਹੈ ਉਸ ਨੂੰ ਆਪਣੇ ਇਸ ਜੀਵਨ ਦੇ ਅੰਦਰ। ਤੇ ਫਿਰ ਜਦੋਂ ਮਰ ਜਾਂਦਾ ਹੈ ਫਿਰ ਕੀ ਹੁੰਦਾ ਹੈ? ਜਿਉਂ ਜਿਉਂ ਚੱਲਾ ਹੈ ਚੁੱਭੈ ਦੁੱਖ ਪਾਵੈ ਹੈ। ਜਦੋਂ ਇਹ ਸੰਸਾਰ ਦੇ ਅੰਦਰ ਉਹ ਚੱਲਦਾ ਹੈ ਉਸ ਨੂੰ ਹਉਮੈ ਦਾ ਕੰਡਾ ਸਦਾ ਹੀ ਚੁੱਭਦਾ ਰਹਿੰਦਾ ਹੈ। ਤੇ ਜਦੋਂ ਮਰ ਜਾਂਦਾ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਫਿਰ ਉਪਰੰਤ ਮਰਨ ਤੋਂ ਉਸ ਨੂੰ ਜਮ ਕਾਲ ਜਮ ਦੂਤਾਂ ਦਾ ਜਿਹੜਾ ਡੰਡਾ ਉਸ ਨੂੰ ਆਪਣੇ ਸਿਰ ਤੇ ਸਹਿਣਾ ਪੈਂਦਾ ਹੈ। ਇਹ ਕੰਡਾ ਹੀ ਫਿਰ ਡੰਡਾ ਬਣ ਜਾਂਦਾ ਹੈ। ਹਰ ਜਨ ਹਰ ਹਰ ਨਾਮ ਸਮਾਣੇ। ਸਤਿਗੁਰਾਂ ਨੇ ਪਹਿਲਾਂ ਬਖਸ਼ਿਸ਼ ਕਰਦੀ ਕਿ ਜਿਹੜੀ ਸਾਕਤ ਦੀ ਬਿਰਤੀ ਹੈ ਉਹ ਇਸ ਪ੍ਰਕਾਰ ਹੈ, ਸਾਕਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਫਿਰ ਸਤਿਗੁਰੂ ਸੰਗਤ ਕਿਹਦੀ ਕਰੀਏ, ਫਿਰ ਕਿਹਦੇ ਪਾਸ ਜਾਈਏ?
ਸਤਿਗੁਰੂ ਬਖਸ਼ਿਸ਼ ਕਰਦੇ ਹਰ ਜਨ ਹਰ ਹਰ ਨਾਮ ਸਮਾਣੇ। ਤੇ ਜਿਹੜੇ ਹਰੀ ਦੇ ਜਨ ਹੁੰਦੇ ਹਨ ਨਾ, ਉਹ ਹਰ ਹਰ ਹਰੀ ਦੇ ਨਾਮ ਦੇ ਅੰਦਰ ਨਾਮ ਸਮਾਣੇ, ਉਹ ਉਸ ਦੇ ਪਰਮੇਸ਼ਰ ਦੇ ਨਾਮ ਦੇ ਅੰਦਰ ਹੀ ਸਮਾਏ ਰਹਿੰਦੇ ਹਨ। ਜਿਹੜੇ ਦਿਨ ਰਾਤ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਉਹ ਹਨ ਹਰ ਜਨ। ਹਰੀ ਦੇ ਜਨ ਹਨ ਜਿਹੜੇ ਸਤਿਗੁਰਾਂ ਦੀ ਸੰਗਤ ਵਿੱਚ ਆਣ ਕਰਕੇ ਸਿਮਰਨ ਕਰਦੇ ਹਨ, ਸੇਵਾ ਕਰਦੇ ਹਨ, ਉਹ ਹਨ ਹਰ ਜਨ ਹਰ ਹਰ ਨਾਮ ਸਮਾਣੇ। ਫਿਰ ਉਹ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ, ਨਾਮ ਦੇ ਅੰਦਰ ਹੀ ਸਮਾ ਕਰਕੇ ਸਤਿਗੁਰਾਂ ਦਾ ਨਾਮ ਹੀ ਉਹਨਾਂ ਨੂੰ ਅੰਮ੍ਰਿਤ ਲੱਗਦਾ ਹੈ। ਦੁੱਖ ਜਨਮ ਮਰਨ ਭਵ ਖੰਡਾ ਹੈ। ਦੁੱਖ ਜਨਮ ਮਰਨ, ਜਿਹੜਾ ਜਨਮ ਮਰਨ ਦਾ ਦੁੱਖ ਹੈ ਨਾ, ਭਵ ਜਿਹੜਾ ਡਰ ਹੈ ਇਸ ਜਨਮ ਮਰਨ ਦੇ ਦੁੱਖ ਦਾ, ਖੰਡਾ ਹੈ, ਉਹ ਹਰ ਜਣ ਆਪਣਾ ਜਿਹੜਾ ਦੁੱਖ ਹੈ ਉਹ ਖੰਡਾ ਨਾਸ ਕਰ ਲੈਂਦੇ ਹਨ। ਕਿਵੇਂ ਨਾਸ ਕਰਦੇ ਹਨ? ਹਰ ਹਰ ਨਾਮ ਸਮਾਣੇ, ਹਰੀ ਦੇ ਨਾਮ ਦੇ ਅੰਦਰ ਸਮਾ ਕਰਕੇ। ਇਹ ਸਾਕਤ ਦੀ ਪਰਿਭਾਸ਼ਾ ਆਪਾਂ ਸਰਵਣ ਕਰ ਲਈ ਨਾ, ਤੇ ਹੁਣ ਹਰ ਜਨ ਦੀ ਪਰਿਭਾਸ਼ਾ ਭਗਤ ਕਬੀਰ ਸਾਹਿਬ ਦਿੰਦੇ ਹਨ। ਇੱਕ ਸਮੇਂ ਭਗਤ ਕਬੀਰ ਸਾਹਿਬ ਤੁਰੇ ਜਾਣ ਤੇ ਮਨ ਦੇ ਅੰਦਰ ਵਿਚਾਰ ਆਈ ਕਿ ਹਰ ਜਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਹਰੀ ਪਰਮੇਸ਼ਰ ਦਾ ਜੋ ਜਨ ਹੈ, ਜੋ ਸੇਵਕ ਹੈ, ਉਹ ਕਿਹੋ ਜਿਹਾ, ਉਸ ਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਹੈ। ਰਾਸਤੇ ਅੰਦਰ ਦੇਖਿਆ ਇੱਕ ਰੋੜਾ ਸੀ ਰਾਸਤੇ ਦੇ ਅੰਦਰ ਪਿਆ, ਤੇ ਉਹ ਤੁਰੇ ਜਾਂਦੇ ਪਾਂਧੀ ਲੰਘ ਰਹੇ ਸਨ ਤੇ ਰੋੜੇ ਨੂੰ ਠੁੱਡਾ ਮਾਰਿਆ ਤਾਂ ਸੜਕ ਦੇ ਦੂਸਰੇ ਪਾਸੇ ਜਾ ਪਿਆ ਉਹ ਰੋੜਾ। ਤੇ ਇਸ ਪ੍ਰਕਾਰ ਕਬੀਰ ਸਾਹਿਬ ਦੇ ਮਨ ਵਿੱਚ ਵਿਚਾਰ ਆਈ ਕਿ ਭਾਈ ਇਹ ਰੋੜੇ ਵਰਗਾ ਇਹ ਹੋਣਾ ਚਾਹੀਦਾ ਹੈ ਹਰ ਜਨ, ਕਿ ਇਤਨੀ ਨਿਮਰਤਾ ਹੋਣੀ ਚਾਹੀਦੀ ਹੈ ਜਿਵੇਂ ਰੋੜਾ ਲੋਕਾਂ ਦੇ ਠੁੱਡੇ ਸਹਾਰਦਾ ਹੈ ਅਤੇ ਇੱਧਰ ਉੱਧਰ ਭੱਜਿਆ ਫਿਰਦਾ ਹੈ, ਉਹਨਾਂ ਦੇ ਠੁੱਡਿਆਂ ਦੇ ਨਾਲ ਐਸੀ ਨਿਮਰਤਾ ਹੋਣੀ ਚਾਹੀਦੀ ਹੈ ਹਰੀ ਜਨ ਦੇ ਅੰਦਰ। ਇਹੋ ਜਿਹਾ ਹੋਣਾ ਚਾਹੀਦਾ ਹੈ ਹਰ ਜਨ ਰੋੜੇ ਵਾਂਗ। ਕਬੀਰ ਸਾਹਿਬ ਨੇ ਫਰਮਾਇਆ, ਐਸਾ ਤੇਰਾ ਦਾਸ ਹੋਏ, ਕਿ ਜਿਹੜਾ ਰਾਹ ਦੇ ਉੱਪਰ ਜਿਵੇਂ ਰੋੜਾ ਹੁੰਦਾ ਹੈ ਨਾ, ਉਹ ਇਸ ਪ੍ਰਕਾਰ ਦੇ ਨਾਲ ਉਹ ਹਰੀ ਜਨ ਹੁੰਦਾ, ਰੋੜੇ ਦੀ ਨਿਆਈ ਬਿਰਤੀ ਹੋਣੀ ਚਾਹੀਦੀ ਹੈ। ਫਿਰ ਉਹਨਾਂ ਦੇ ਕਬੀਰ ਸਾਹਿਬ ਦੇ ਮਨ ਵਿੱਚ ਫਿਰ ਇਹ ਵਿਚਾਰ ਆ ਗਈ ਕਿ ਰੋੜਾ ਜਿਸ ਸਮੇਂ ਕੋਈ ਅਮੀਰ ਜੁੱਤੀ ਪਹਿਨੀ ਹੋਈ ਜਿਸਨੇ ਉਹ ਲੰਘਿਆ, ਉਸਨੇ ਠੋਕਰ ਮਾਰੀ ਤੇ ਇਹ ਪਾਸੇ ਹੋ ਗਿਆ, ਪਰ ਜਿਸ ਸਮੇਂ ਕੋਈ ਗਰੀਬ ਨੰਗੇ ਪੈਰੀ ਲੰਘਿਆ ਤਾਂ ਇਸ ਨੇ ਉਸ ਨੂੰ ਜ਼ਖਮ ਪਹੁੰਚਾ ਦਿੱਤਾ ਉਸ ਦੇ ਪੈਰ ਥੱਲੇ ਆ ਕਰਕੇ। ਐਸਾ ਹੈ ਪਰਮੇਸ਼ਰ ਤੇਰਾ ਹਰ ਜਸ ਜਨ ਨਹੀਂ ਹੋਣਾ ਚਾਹੀਦਾ ਕਿ ਅਮੀਰ ਨੂੰ ਦੇਖ ਕਰਕੇ ਤੇ ਝੁਕ ਜਾਵੇ ਤੇ ਗਰੀਬ ਨੂੰ ਦੇਖ ਕਰਕੇ ਤੇ ਉਸ ਨੂੰ ਦੁੱਖ ਪਹੁੰਚਾ ਦੇਵੇ। ਰੋੜਾ ਹੁਆ ਤਾਂ ਕਿਆ ਭਇਆ, ਜੋ ਪੰਥੀ ਕਉ ਦੁੱਖ ਦੇ। ਰਾਹੀ ਨੂੰ ਦੁੱਖ ਦਿੰਦਾ ਹੈ, ਇਹ ਅਸੀਂ ਬਿਰਤੀ ਹਰ ਜਨ ਦੀ ਨਹੀਂ ਹੋਣੀ ਚਾਹੀਦੀ। ਫਿਰ ਵਿਚਾਰ ਆਈ ਕਿ ਇਹ ਜਿਹੜੀ ਖੇ ਹੈ, ਜਿਉਂ ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ, ਜਿਵੇਂ ਧਰਤੀ ਦੇ ਉੱਪਰ ਖੇ ਮਿੱਟੀ ਪਈ ਹੈ ਨਾ, ਐਸਾ ਤੇਰਾ ਦਾਸ ਹੋਣਾ ਚਾਹੀਦਾ ਹੈ। ਕਿਉਂਕਿ ਮਿੱਟੀ ਨਾ ਤਾਂ ਅਮੀਰ ਦੇਖਦੀ ਹੈ ਨਾ ਗਰੀਬ, ਇਹ ਸਾਰਿਆਂ ਦੇ ਪੈਰਾਂ ਥੱਲੇ ਕਿਸੇ ਨੂੰ ਦੁੱਖ ਨਹੀਂ ਦਿੰਦੀ, ਲਤਾੜੀ ਜਾਂਦੀ ਹੈ। ਪਰ ਫਿਰ ਵਿਚਾਰ ਆਈ ਮਨ ਦੇ ਅੰਦਰ ਕਿ ਇਹ ਮਿੱਟੀ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਉੱਡਣ ਦਾ। ਜੇ ਸਮੇਂ ਮਿੱਟੀ ਨੂੰ ਹਵਾ ਮਾੜੀ ਜਿਹੀ ਵੀ ਮਿਲੀ, ਇਸ ਨੂੰ ਮੌਕਾ ਮਿਲ ਗਿਆ ਨਾ ਉੱਡਣ ਦਾ, ਤੇ ਇਹ ਫਿਰ ਸਰੀਰਾਂ ਨੂੰ ਲੱਗ ਕਰਕੇ ਤੇ ਗੰਦਲਾ ਕਰ ਦਿੰਦੀ ਹੈ ਮਿੱਟੀ। ਇਹ ਜਿਹੜਾ ਬਿਰਤੀ ਹੈ ਨਾ ਐਸੇ ਜੀਵ ਦੀ, ਕਿ ਕਬੀਰ ਸਾਹਿਬ ਕਹਿੰਦੇ ਐਸਾ ਵੀ ਮਿੱਟੀ ਵਰਗਾ ਵੀ ਨਹੀਂ ਹੋਣਾ ਚਾਹੀਦਾ। ਕਿਉਂਕਿ ਮਿੱਟੀ ਨੂੰ ਤਾਂ ਜਦੋਂ ਉਸ ਨੂੰ ਹਵਾ ਨਹੀਂ ਮਿਲੀ, ਉਸ ਨੂੰ ਉੱਠਣ ਦਾ ਮੌਕਾ ਨਹੀਂ ਮਿਲਿਆ, ਤਾਂ ਉਹ ਨਿਮਰਤਾ ਰੱਖੀ ਉਸ ਨੇ। ਪਰ ਜੇ ਸਮੇਂ ਉਸ ਨੂੰ ਮਾੜੀ ਜਿਹੀ ਵੀ ਹਵਾ ਲੱਗ ਗਈ, ਉਸ ਨੂੰ ਮੌਕਾ ਮਿਲ ਗਿਆ ਉੱਠਣ ਦਾ, ਤੇ ਉੱਠ ਕਰਕੇ ਫਿਰ ਉਸ ਨੇ ਦੂਸਰਿਆਂ ਦੇ ਚਰਿੱਤਰਹੀਣ, ਦੂਸਰਿਆਂ ਨੂੰ ਗੰਦਲਾ ਕਰਨ ਦਾ ਉਸ ਨੇ ਕੰਮ ਕਰ ਦਿੱਤਾ। ਐਸਾ ਜਿਹੜਾ ਹਰ ਜਨ ਹੈ ਨਹੀਂ ਹੋਣਾ ਚਾਹੀਦਾ। ਕਬੀਰ ਖੇ ਹੋਈ ਤੋ ਕਿਆ ਭਇਆ, ਜਾਓ ਉੱਡ ਲੱਗੈ ਅੰਗ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਬੀਰ ਸਾਹਿਬ ਕਹਿੰਦੇ ਹਰ ਜਨ ਤਾਂ ਐਸਾ ਹੋਣਾ ਚਾਹੀਦਾ ਹੈ ਜਿਉਂ ਪਾਣੀ ਸਰਬੰਗ, ਜਿਵੇਂ ਪਾਣੀ ਹੈ, ਪਾਣੀ ਦੂਸਰਿਆਂ ਦੀ ਮੈਲ ਨੂੰ ਵੀ ਧੋ ਦਿੰਦਾ ਹੈ, ਐਸਾ ਹਰ ਜਨ ਹੋਣਾ ਚਾਹੀਦਾ ਹੈ ਕਬੀਰ ਸਾਹਿਬ ਕਹਿੰਦੇ। ਪਰ ਫਿਰ ਵਿਚਾਰ ਆਈ ਕਿ ਜਿਹੜਾ ਇਹ ਪਾਣੀ ਹੈ, ਜੇਕਰ ਇਸ ਨੂੰ ਠੰਡ ਮਿਲ ਜਾਵੇ ਤਾਂ ਇਹ ਜੰਮ ਜਾਂਦਾ ਹੈ, ਜੇਕਰ ਇਸ ਨੂੰ ਗਰਮੀ ਮਿਲ ਜਾਵੇ ਤਾਂ ਇਹ ਉਬਾਲੇ ਮਾਰਨ ਲੱਗ ਪੈਂਦਾ ਹੈ। ਐਸੀ ਬਿਰਤੀ ਵੀ ਹਰ ਜਨ ਦੀ ਨਹੀਂ ਚਾਹੀਦੀ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰ ਜਨ ਦੁਈ ਏਕ ਹੈ। ਜਿਹੋ ਜਿਹਾ ਪਰਮੇਸ਼ਰ ਹੈ, ਹਰ ਜਨ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ, ਉਸੇ ਤਰ੍ਹਾਂ ਦੇ ਹੀ ਗੁਣ ਉਸ ਹਰ ਜਨ ਦੇ ਅੰਦਰ ਹੁੰਦੇ ਹਨ। ਹਰ ਜਨ
ਹਰ ਹਰ ਨਾਮ ਸਮਾਣੇ, ਉਹ ਪਰਮੇਸ਼ਰ ਦੇ ਨਾਮ ਅੰਦਰ ਹੀ ਜਿਹੜੇ ਹਰੀ ਜਨ ਹਨ ਉਹ ਸਮਾਏ ਰਹਿੰਦੇ ਹਨ। ਐਸੀ ਜੋ ਹਰ ਜਨ ਦੀ ਫਿਰ ਸੰਗਤ ਕਰਨੀ ਚਾਹੀਦੀ ਹੈ, ਕਿਉਂਕਿ ਉੱਪਰ ਸਤਿਗੁਰਾਂ ਨੇ ਵਰਜ ਆਇਆ ਨਾ ਕਿ ਸਾਖਤ ਦੀ ਸੰਗਤ ਕਦਾਚਿਤ ਵੀ ਨਾ ਕਰੀ। ਕੇਲੇ ਦੇ ਰੁੱਖ ਦੀ ਨਿਆਈ, ਜਿਹੜਾ ਬੇਰ ਦਾ ਰੁੱਖ ਜਦੋਂ ਝੂਲਦਾ ਹੈ ਉਸਨੂੰ ਚੀਰਦਾ ਹੈ, ਤੈਨੂੰ ਵੀ ਸਾਖਤ ਨੇ ਚੀਰ ਦੇਣਾ ਹੈ। ਕਿਤੇ ਭੁਲੇਖਾ ਨਾ ਖਾ ਜਾਵੀਂ ਕਿ ਇਹ ਸ਼ਾਂਤ ਬੈਠਾ ਹੈ, ਮੈਨੂੰ ਕੁਛ ਨਹੀਂ ਕਹਿ ਰਿਹਾ, ਇਹ ਮੈਨੂੰ ਮੇਰਾ ਇਸ ਦਾ ਮੇਰੇ ਤੇ ਪ੍ਰਭਾਵ ਨਹੀਂ ਪੈ ਰਿਹਾ। ਉਹ ਝੂਲਿਆ, ਉਹ ਚੀਰਿਆ, ਸਾਖਤ ਸੰਗ ਨਾ ਹੇਤ। ਜੇ ਸਮੇਂ ਉਸ ਨੇ ਆਪਦਾ ਪ੍ਰਭਾਵ ਪਾ ਦਿੱਤਾ ਨਾ ਤੇ ਤੇਰੇ ਹਿਰਦੇ ਨੂੰ ਵੀ ਚੀਰ ਕਰਕੇ ਰੱਖ ਦੇਵੇਗਾ। ਜਿਹੜਾ ਪ੍ਰੇਮ ਤੇਰਾ ਸਤਿਗੁਰਾਂ ਪ੍ਰਤੀ ਹੈ ਉਸ ਨੂੰ ਵੀ ਉਹ ਨਾਸ ਕਰ ਦੇਵੇਗਾ। ਤੇ ਫਿਰ ਸਤਿਗੁਰੂ ਕਹਿੰਦੇ ਕੀ ਕਰ, ਹਰ ਜਨ ਹਰ ਹਰ ਨਾਮ ਸਮਾਣੇ। ਜਿਨ੍ਹਾਂ ਨੇ ਹਰੀ ਦੇ ਨਾਮ ਦੇ ਅੰਦਰ ਸਮਾਏ ਹੋਏ ਹਨ, ਜਿਹੜੇ ਹਰ ਜਨ, ਦੁੱਖ ਜਨਮ ਮਰਨ ਭਵ ਖੰਡਾ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ ਨਾਸ ਹੋਏ ਹੋਏ ਹਨ। ਤੂੰ ਐਂ ਕਰ, ਉਹਨਾਂ ਦੀ ਸੰਗਤ ਦੇ ਵਿੱਚ ਜਾ। ਸਤਿਗੁਰੂ ਫਿਰ ਕੀ ਫਲ ਹੈ ਹਰ ਜਨ ਦੀ ਸੰਗਤ ਦਾ? ਸਤਿਗੁਰੂ ਫਰਮਾਉਂਦੇ, ਸਾਕਤ ਸਿਉ ਮੁਖ ਜੋੜੀਐ ਅੱਧ ਵਿੱਚੋਂ ਟੁੱਟੈ। ਜਿਹੜਾ ਸਾਕਤ ਹੈ ਨਾ, ਜੇਕਰ ਉਸ ਦੇ ਨਾਲ ਆਪਾਂ ਮੁੱਖ ਜੋੜਦੇ ਹਾਂ, ਕੋਈ ਗੱਲਬਾਤ ਕਰਦੇ ਹਾਂ, ਉਸ ਦੇ ਨਾਲ ਸਨੇਹ ਪ੍ਰੇਮ ਕਰਦੇ, ਉਸ ਦੀ ਸੰਗਤ ਕਰਦੇ ਹਾਂ, ਕੁਸੰਗੀ ਦੀ ਸਾਕਤ ਦੀ ਸੰਗਤ ਦੇ ਨਾਲ ਕੀ ਹੁੰਦਾ ਹੈ? ਅੱਧ ਵਿੱਚੋਂ ਟੁੱਟੈ। ਜਿਹੜੀ ਪਰਮੇਸ਼ਰ ਦੇ ਨਾਲ ਸਾਡੀ ਪ੍ਰੇਮ ਦੀ ਗੰਢ ਹੈ ਨਾ, ਪਰਮੇਸ਼ਰ ਦੇ ਨਾਲ ਨਾਤਾ ਸਾਡਾ ਅੱਧ ਵਿੱਚੋਂ ਟੁੱਟੈ। ਉਹ ਵਿੱਚੋਂ ਟੁੱਟਣ ਦਾ ਕਾਰਨ ਬਣਦਾ ਹੈ ਜਿਹੜਾ ਸਾਕਤ। ਤੇ ਫਿਰ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਹੈ ਛੁਟੈ। ਤੇ ਜਿਹੜਾ ਹਰ ਜਨ ਹਰੀ ਦੇ ਜਨ ਦੀ ਸੇਵਾ ਕਰਦਾ ਹੈ, ਜਿਹੜੇ ਹਰੀ ਦੇ ਜਨ ਹਨ, ਸਾਧੂ ਸੰਤ ਹਨ, ਜਿਹੜਾ ਉਹਨਾਂ ਦੀ ਸੇਵਾ ਕਰਦਾ ਹੈ, ਇਤ ਉਤੈ ਹੈ ਛੁਟੈ। ਫਿਰ ਇੱਥੋਂ ਲੋਕ ਤੋਂ ਤੇ ਉੱਥੋਂ ਪਰਲੋਕ ਤੋਂ, ਜਮਾਂ ਦੇ ਡੰਡੇ ਤੋਂ ਵੀ ਉਹ ਛੁੱਟ ਜਾਂਦਾ ਹੈ। ਇਹ ਬਖਸ਼ਿਸ਼ ਹੈ ਹਰ ਜਨ ਦੀ, ਕਿਉਂਕਿ ਹਰ ਜਨ ਨੇ ਤਾਂ ਫਿਰ ਪਰਮੇਸ਼ਰ ਦੇ ਨਾਲ ਹੀ ਜੋੜਨਾ ਹੈ ਨਾ। ਉਸਨੇ ਹਰ ਪ੍ਰਕਾਰ ਦੇ ਨਾਲ ਉਸਨੇ ਪਰਮੇਸ਼ਰ ਦੇ ਨਾਲ ਹੀ ਉਹ ਆਪਣੇ ਸੰਗੀਆਂ ਨੂੰ ਜੋੜਨਾ ਹੈ, ਤੇ ਸਾਖਤ ਨੇ ਤਾਂ ਫਿਰ ਆਪਣੇ ਵਰਗਾ ਹੀ ਬਣਾਉਣਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਜਨਮ ਮਰਨ ਦਾ ਦੁੱਖ ਤੇ ਭਵ ਜਿਹੜਾ ਡਰ ਹੈ ਉਹ ਨਾਸ ਹੋ ਜਾਂਦਾ ਹੈ, ਜਿਹੜੇ ਹਰੀ ਦੇ ਨਾਮ ਦੇ ਅੰਦਰ ਸਮਾਏ ਰਹਿੰਦੇ ਹਨ, ਅਥਵਾ ਜੋ ਹਰ ਜਨਾਂ ਦੀ ਸੰਗਤ ਕਰਦੇ ਹਨ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ। ਤੇ ਜਿਸ ਸਮੇਂ ਫਿਰ ਇਹ ਜਿਹੜੇ ਹਰ ਜਨ ਹਨ ਨਾ, ਇਹਨਾਂ ਦੀ ਸੰਗਤ ਨਾਲ ਫਿਰ ਅਬਿਨਾਸੀ ਜਿਹੜਾ ਨਾਸ ਤੋਂ ਰਹਿਤ ਪੁਰਖ ਜਿਹੜਾ ਪਰਮੇਸ਼ਰ ਹੈ, ਪਾਇਆ ਪਰਮੇਸ਼ਰ, ਉਸ ਨੂੰ ਪ੍ਰਾਪਤ ਹੋ ਜਾਈਦਾ ਹੈ। ਉਸ ਪਰਮੇਸ਼ਰ ਦੀ ਪ੍ਰਾਪਤੀ ਕਰ ਲਈਦੀ ਹੈ ਐਸੇ ਹਰ ਜਨਾਂ ਦੀ ਸੰਗਤ ਕਰਕੇ। ਬਹੁਤ ਸੋਭ ਖੰਡ ਬ੍ਰਹਮੰਡਾ ਹੈ। ਤੇ ਫਿਰ ਇਹਦੇ ਨਾਲ ਹਰੀ ਜਨ ਦੀ ਪ੍ਰਾਪਤੀ ਦੇ ਨਾਲ, ਹਰੀ ਜਨ ਦੀ ਸੇਵਾ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ, ਇਕਮਿਕਤਾ, ਤੇ ਉਸ ਪਰਮੇਸ਼ਰ ਦੀ ਪ੍ਰਾਪਤੀ ਨਾਲ ਫਿਰ ਕੀ ਹੁੰਦਾ ਹੈ? ਬਹੁਤ ਸੋਭ ਖੰਡ ਬ੍ਰਹਮੰਡਾ ਹੈ। ਇਹ ਇੱਥੋਂ ਲੋਕ ਦੇ ਅੰਦਰ ਸੋਭਾ ਦੀ ਤਾਂ ਕੀ ਗੱਲ, ਖੰਡਾਂ ਬ੍ਰਹਮੰਡਾਂ ਦੇ ਅੰਦਰ ਵੀ ਉਸ ਜੀਵ ਦੀ ਸੋਭਾ ਹੁੰਦੀ ਹੈ ਜਿਹੜਾ ਪਰਮੇਸ਼ਰ ਨੂੰ ਪ੍ਰਾਪਤੀ ਕਰ ਲੈਂਦਾ ਹੈ ਹਰ ਜਨ ਸਾਧੂਆਂ ਦੀ ਸੰਗਤ ਦੇ ਵਿੱਚ ਆਉਣ ਕਰਕੇ। ਇਹ ਸੋਭਾ ਹੁੰਦੀ ਹੈ ਖੰਡ ਬ੍ਰਹਮੰਡ, ਕਿਉਂਕਿ ਸਤਿਗੁਰੂ ਨਾਨਕ ਦੇਵ ਜੀਆਂ ਨੇ ਫਿਰ ਧਰਮਰਾਜੇ ਨੂੰ ਵੀ ਇਹ ਹੁਕਮ ਕੀਤਾ ਹੈ ਨਾ ਕਿ ਜਿਹੜੇ ਹਰ ਜਨ ਹਨ ਉਹਨਾਂ ਦੇ ਤੂੰ ਨੇੜੇ ਵੀ ਨਹੀਂ ਜਾਣਾ, ਤੇ ਜਿਹੜੇ ਸਾਕਤ ਹਨ ਉਹਨਾਂ ਨੂੰ ਫਿਰ ਤੂੰ ਜਿੱਥੇ ਮਰਜ਼ੀ ਲੈ ਫਿਰ, ਗਲ 'ਚ ਸੰਗਲ ਪਾ ਕਰਕੇ ਜਿੱਥੇ ਮਰਜ਼ੀ ਧੂਈ ਫਿਰ, ਪਰ ਜਿਹੜੇ ਹਰ ਜਨ ਹਨ ਤੂੰ ਉਹਨਾਂ ਦੇ ਪਾਸ ਨਹੀਂ ਜਾਣਾ। ਐਸੀ ਇਹ ਬਖਸ਼ਿਸ਼ ਹੈ। ਬਹੁਤ ਸੋਭ ਖੰਡ ਬ੍ਰਹਮੰਡਾ ਹੈ। ਖੰਡਾਂ ਬ੍ਰਹਮੰਡਾਂ ਦੇ ਅੰਦਰ ਉਸ ਦੀ ਫਿਰ ਸੋਭਾ ਇਤਨੀ ਵੱਧ ਜਾਂਦੀ ਹੈ ਸਤਿਗੁਰਾਂ ਦੀ ਸੰਗਤ ਕਰਨ ਦੇ ਨਾਲ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਹੁਣ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਅੰਦਰ ਬਖਸ਼ਿਸ਼ ਕਰਦੇ ਹਨ, ਅਥਵਾ ਸਾਨੂੰ ਇਹ ਗਿਆਨ ਦਿੰਦੇ ਹਨ ਕਿ ਇਸ ਪ੍ਰਕਾਰ ਦੇ ਨਾਲ ਬੇਨਤੀਆਂ ਕਰਨੀਆਂ ਹਨ। ਹੇ ਪਰਮੇਸ਼ਰ, ਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਅਸੀਂ ਗਰੀਬ ਹਾਂ, ਮਸਕੀਨ ਪ੍ਰਭ, ਅਤ ਨਿਮਰਤਾ ਦੇ ਨਾਲ, ਮਸਕੀਨੀ ਦੇ ਨਾਲ ਤੁਹਾਡੇ ਪਾਸ ਆਏ ਹਾਂ। ਪ੍ਰਭ ਤੇਰੇ, ਅਸੀਂ ਹੇ ਸਤਿਗੁਰੂ ਤੇਰੇ ਹਾਂ। ਹਰ ਰਾਖ ਰਾਖ ਵਡ ਵੱਡਾ ਹੈ। ਹਰ ਰਾਖ ਸਾਨੂੰ ਰੱਖ ਲੈ, ਇਹਨਾਂ ਕਾਮ ਕ੍ਰੋਧ ਤੋਂ ਸਾਨੂੰ ਬਚਾ ਲੈ, ਰੱਖ ਲੈ, ਤੇ ਆਪਣੀ ਅਸੀਂ ਤੇਰੇ ਹਾਂ, ਸਾਨੂੰ ਆਪਣੀ ਤੂੰ ਸਰਨੀ ਰੱਖ ਲੈ। ਵੱਡ ਵੱਡਾ ਹੈ ਵੱਡੇ ਤੋਂ ਵੱਡੇ ਸਤਿਗੁਰੂ ਪਰਮੇਸ਼ਰ, ਸਾਨੂੰ ਰੱਖ ਲੈ ਆਪਣੀ ਸਰਣੀ ਦੇ ਅੰਦਰ। ਭਾਈ ਵੀਰ ਸਿੰਘ ਜੀਆਂ ਨੇ ਇੱਕ ਬੜੀ ਸੁੰਦਰ ਕਵਿਤਾ ਲਿਖੀ ਇਸ ਖਿੱਚ ਦੇ ਬਾਬਤ ਕਿ ਉਸ ਪਰਮੇਸ਼ਰ ਨੇ ਜਿਹੜਾ ਇਹ ਨਿਯਮ ਬੰਨ੍ਹ ਦਿੱਤਾ, ਨਿਯਮ ਬਣਾਇਆ ਹੈ ਕਿ ਜਿਹੜੀਆਂ ਵੱਡੀਆਂ ਚੀਜ਼ਾਂ ਹਨ ਨਾ ਉਹ ਛੋਟੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਜਿਹੜਾ ਸੂਰਜ ਹੈ ਉਹ ਧਰਤੀ ਨਾਲੋਂ ਵੱਡਾ ਹੈ, ਇਸ ਕਾਰਨ ਕਰਕੇ ਉਹ ਧਰਤੀ ਨੂੰ ਆਪਣੇ ਵੱਲ ਖਿੱਚਦਾ ਹੈ, ਅਤੇ ਧਰਤੀ ਫਿਰ ਉਹਦੀ ਪਰਿਕਰਮਾ ਕਰਦੀ ਹੈ ਸੂਰਜ ਦੀ। ਤੇ ਫਿਰ ਧਰਤੀ ਤੋਂ ਛੋਟਾ ਹੈ ਚੰਦਰਮਾ। ਫਿਰ ਇਹ ਚੰਦਰਮਾ ਧਰਤੀ ਦੀ ਵੱਡੇ ਹੋਣ ਕਰਕੇ ਇਸ ਦੀ ਖਿੱਚ ਦੇ ਕਾਰਨ ਇਸ ਧਰਤੀ ਦੇ ਦੁਆਲੇ ਘੁੰਮਦਾ ਹੈ। ਅਤੇ ਜਿਸ ਸਮੇਂ ਫਿਰ
ਸੰਗਰਾਂਦ ਹੁੰਦੀ ਹੈ ਜਿਸ ਸਮੇਂ ਵਾਹਿਗੁਰੂ ਪੂਰਨਮਾਚੀ ਹੁੰਦੀ ਹੈ ਉਸ ਦਿਨ ਫਿਰ ਇਹ ਚੰਦਰਮਾ ਹੈ ਨਾ ਫਿਰ ਜਿਹੜਾ ਸਮੁੰਦਰ ਦੀਆਂ ਛੱਲਾਂ ਨੂੰ ਆਪਣੇ ਵੱਲ ਖਿੱਚਦਾ ਹੈ, ਕਿਉਂਕਿ ਉਹ ਚੰਦਰਮਾ ਵੱਡਾ ਹੈ। ਇਸ ਪ੍ਰਕਾਰ ਵੱਡੇ ਆਪਣੇ ਵੱਲ ਖਿੱਚਦੇ ਹਨ। ਤੇ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਬੜਾ ਸੁੰਦਰ ਫਰਮਾਨ ਕਰ ਦਿੱਤਾ ਕਿ ਪਰਮੇਸ਼ਰ ਤੁਸੀਂ ਵੱਡਿਆਂ ਤੋਂ ਵੱਡੇ ਹੋ, ਤੁਸੀਂ ਸਾਨੂੰ ਵੀ ਆਪਣੇ ਵੱਲ ਖਿੱਚ ਕੇ ਰੱਖ ਲਓ। ਤੁਸਾਂ ਬੱਧਾ ਨਿਯਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਫਿਰ ਸਰਵਣ ਕਰੀਏ। ਤੁਸਾਂ ਬੱਧਾ ਨਿਯਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ। ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਰੱਖ ਆਪਣੀ ਖਿੱਚ ਸਭ ਤੋਂ ਵੱਡਿਆ। ਜੇ ਨਾ ਰੱਖੇ ਖਿੱਚ ਮੇਰੇ ਸਾਈਆਂ, ਹਾਏ ਗਵਾਚ ਜਾਸਾਂ ਮੈਂ ਬਣ ਤੇ ਬੇਲਿਆ। ਕਿ ਇਹ ਸਭ ਤੋਂ ਵੱਡੇ ਪਰਮੇਸ਼ਰ ਮੈਨੂੰ ਆਪਣੇ ਵੱਲ ਖਿੱਚ ਕੇ ਰੱਖ। ਸਾਧ ਸੰਗਤ ਸਾਨੂੰ ਸਾਡੇ ਗਿਆਨ ਨੇ ਨਹੀਂ ਰੱਖਣਾ, ਸਾਨੂੰ ਸਾਡੇ ਲਾਏ ਹੋਏ ਧਿਆਨ ਨੇ ਨਹੀਂ ਰੱਖਣਾ। ਸਾਨੂੰ ਰੱਖਣਾ ਹੈ ਤਾਂ ਸਭ ਤੋਂ ਵੱਡੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਨੂੰ ਰੱਖਣਾ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਕਿ ਧੰਨ ਗੁਰੂ ਨਾਨਕ ਮਹਾਰਾਜ ਵੱਡਿਆਂ ਤੋਂ ਵੱਡੇ, ਹਰ ਰਾਖ ਰਾਖ ਵੱਡ ਵੱਡਾ ਹੈ, ਤੁਸੀਂ ਸਾਰਿਆਂ ਤੋਂ ਵੱਡ ਵੱਡੇ। ਸਾਨੂੰ ਵੀ ਆਪਣੇ ਵੱਲ ਖਿੱਚ ਕੇ ਆਪਣੀ ਸਰਨੀ ਲਗਾ ਕਰਕੇ ਰੱਖ ਲਵੋ। ਹਮ ਗਰੀਬ, ਅਸੀਂ ਗਰੀਬ ਹਾਂ, ਮਸਕੀਨ ਹਾਂ, ਹੇ ਪਰਮੇਸ਼ਰ ਤੇਰੇ ਹਾਂ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹੇ ਪਰਮੇਸ਼ਰ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਸਾਨੂੰ ਤੁਹਾਡੇ ਨਾਮ ਦਾ ਆਸਰਾ ਹੈ। ਭੱਟ ਸਾਹਿਬਾਨ ਫਰਮਾਉਂਦੇ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਹਰ ਰਾਖ ਰਾਖ ਵੱਡ ਵੱਡਾ ਹੈ, ਸਾਨੂੰ ਰੱਖ ਲਓ ਆਪਣੀ ਸਰਣਾਈ। ਜਨ ਨਾਨਕ ਜਨ ਨਾਨਕ ਨਾਮ ਆਧਾਰ ਟੇਕ ਹੈ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਕਿਸੇ ਨੂੰ ਆਸਰਾ ਹੋਵੇਗਾ ਉਸ ਦੇ ਧਨ ਪ੍ਰਭਤਾ ਦਾ, ਕਿਸ ਨੂੰ ਆਸਰਾ ਹੋਵੇਗਾ ਕਿਸੇ ਨੂੰ ਆਪਣੀਆਂ ਕੋਠੀਆਂ ਕਾਰਾਂ ਦਾ, ਆਪਣੀ ਪ੍ਰਭਤਾ ਦਾ, ਆਪਣੀ ਮਾਣ ਵਡਿਆਈ ਦਾ ਕਿਸੇ ਨੂੰ ਆਸਰਾ ਹੈ। ਪਰ ਸਤਿਗੁਰ ਬਖਸ਼ਿਸ਼ ਕਰਦੇ ਸਾਨੂੰ ਜਿਹੜਾ ਆਸਰਾ ਹੈ ਨਾ, ਜਨ ਨਾਨਕ ਨਾਮ ਆਧਾਰ ਟੇਕ ਹੈ। ਸਾਨੂੰ ਤਾਂ ਪਰਮੇਸ਼ਰ ਦੇ ਨਾਮ ਦੀ ਹੀ ਆਧਾਰ ਤੇ ਨਾਮ ਦੀ ਹੀ ਟੇਕ ਹੈ, ਸਾਨੂੰ ਆਸਰਾ ਉਸ ਨਾਮ ਦਾ ਹੀ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਤੇ ਉਸ ਨਾਮ ਦੇ ਅੰਦਰ ਹੀ ਫਿਰ ਜਿਹੜਾ ਸੁਖ ਹੈ ਨਾ, ਇਹ ਮੰਡਾ ਹੈ, ਉੱਥੋਂ ਪ੍ਰਾਪਤ ਹੁੰਦਾ ਹੈ, ਉਸ ਦੇ ਵਿੱਚ ਰਚੇ ਜਾਈਦਾ ਹੈ। ਹਰ ਨਾਮੇ ਹੀ, ਹਰੀ ਦੇ ਨਾਮ ਤੋਂ ਹੀ ਜਿਹੜਾ ਸਦੀਵੀ ਸੁਖ ਹੈ ਨਾ। ਹਉ ਵਾਰੀ ਜਿਤ ਸੁਹਲੈ ਸਦਾ ਸੁਖ ਹੋਏ। ਕਿ ਜਿਹਦੇ ਪਰਮੇਸ਼ਰ ਦੇ ਸੁਹਲੇ ਜਸ ਨਾਮ ਸਿਮਰਨ ਦੇ ਨਾਲ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਹਰੀ ਦੇ ਨਾਮ ਤੋਂ ਹੀ ਫਿਰ ਸੁਖ ਰੂਪ ਦੀ ਪ੍ਰਾਪਤੀ ਇਹ ਹੋ ਸਕਦੀ ਹੈ। ਇਹ ਸਤਿਗੁਰਾਂ ਨੇ ਅੱਜ ਦੇ ਸ਼ਬਦ ਦੇ ਅਮੂਲ ਤੱਤ ਭਾਵ ਜਿਹੜਾ ਕਿ ਸਾਖਤ ਦੀ ਸੰਗਤ ਤੋਂ ਬਚ ਜਾਈਏ, ਕਿਸੇ ਨਾ ਕਿਸੇ ਤਰ੍ਹਾਂ ਦੂਰੋਂ ਹੀ ਭੱਜ ਜਾਈਏ ਸਾਖਤ ਦੀ ਸੰਗਤ ਤੋਂ, ਤੇ ਹਰ ਜਨ ਦੀ ਸੰਗਤ ਕਰਕੇ ਤੇ ਜਿਸ ਦੇ ਨਾਲ ਸਾਡਾ ਫਿਰ ਇਹ ਹਰ ਜਿਹੜਾ ਮਨ ਹੈ ਸਾਡਾ ਇਹ ਹਰੀ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਵੇ। ਤੇ ਇਸ ਪ੍ਰਕਾਰ ਸਤਿਗੁਰਾਂ ਅੱਗੇ ਬੇਨਤੀਆਂ ਕਰੀਏ ਕਿ ਸਤਿਗੁਰੂ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਤੁਸੀਂ ਵੱਡਿਆਂ ਤੋਂ ਵੱਡੇ, ਸਾਨੂੰ ਆਪਣੀ ਚਰਨੀ ਲਗਾ ਕਰਕੇ ਰੱਖ ਲਓ। ਅਸੀਂ ਤੁਹਾਡੀ ਪ੍ਰਭ ਤੇਰੇ, ਅਸੀਂ ਤੇਰੇ ਹਾਂ ਸਤਿਗੁਰੂ। ਤੁਹਾਡੇ ਦਰ ਤੇ ਆਣ ਕਰਕੇ ਮੱਥਾ ਟੇਕਿਆ, ਅਸੀਂ ਡੰਡੌਤ ਕਰਦੇ ਹਾਂ ਤੁਹਾਨੂੰ, ਤੁਸੀਂ ਸਾਨੂੰ ਰੱਖ ਲਓ ਆਪਣੀ ਸਰਣੀ। ਤੇ ਜਨ ਨਾਨਕ ਨਾਮ ਆਧਾਰ ਟੇਕ ਹੈ, ਸਾਨੂੰ ਤੁਹਾਡੇ ਨਾਮ ਦੀ ਹੀ ਆਧਾਰ ਤੇ ਨਾਮ ਦੀ ਹੀ ਟੇਕ ਆਸਰਾ ਹੈ। ਹਰ ਨਾਮੇ ਹੀ ਸੁਖ ਮੰਡਾ ਹੈ, ਇੱਥੋਂ ਹੀ ਸਾਨੂੰ ਸੁੱਖਾਂ ਦੀਆਂ ਪ੍ਰਾਪਤੀਆਂ ਹੋਣੀਆਂ ਹਨ। ਕਿਰਪਾ ਕਰਕੇ ਸਾਡੀ ਝੋਲੀ 'ਚ ਵੀ ਨਾਮ ਦੀ ਦਾਤ ਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦੇਵੋ। ਇਹ ਸਤਿਗੁਰਾਂ ਨੇ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ। ਸੋ ਸਾਧ ਸੰਗਤ, ਇਸ ਤੋਂ ਉਪਰੰਤ ਜੋ ਅਖੀਰਲਾ ਸ਼ਬਦ ਇੱਕ ਬਚਿਆ ਹੈ ਕੀਰਤਨ ਸੋਹਿਲਾ ਸਾਹਿਬ ਪਵਿੱਤਰ ਬਾਣੀ ਦਾ, ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਸ਼ਬਦ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਇਹ ਜਿਹੜਾ ਸਤਿਗੁਰੂ ਮਹਾਰਾਜ
ਇਹ ਸਾਰੇ ਸਾਨੂੰ ਬੇਨਤੀ ਕਰਕੇ ਇਹ ਸਮਝਾ ਰਹੇ ਹਨ ਕਿ ਇਹ ਸੰਤ ਟਹਿਲ ਕੀ ਵੇਲਾ, ਇਹ ਸੰਤਾਂ ਦੀ ਟਹਿਲ, ਸਤਿਗੁਰਾਂ ਦੀ ਸੇਵਾ ਕਰਨ ਦਾ ਵੇਲਾ ਹੈ। ਇਹ ਆਪਾਂ ਨਾ ਖੁੰਝਾ ਦਈਏ। ਇਹ ਜਿਸ ਪ੍ਰਕਾਰ ਦੇ ਨਾਲ ਵੀ ਸਤਿਗੁਰੂ ਬਖਸ਼ਿਸ਼ ਕਰਨਗੇ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਸਾਰੀ ਹੀ ਸੰਗਤ ਦਾ ਧੰਨਵਾਦ। ਜਿਉਂ ਆਇਆ ਸਤਿਗੁਰੂ ਬਖਸ਼ਿਸ਼ ਕਰਨ। ਕਥਾ ਵਿਚਾਰਾਂ ਕਰਦਿਆਂ, ਗੁਰਬਾਣੀ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਆਪਣੀ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣ ਤੇ ਅੱਗੇ ਵਾਸਤੇ ਤੋਂ ਸਮਤ ਬਖਸ਼ਣ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਤੁਸੀਂ ਇਹ ਕਥਾ ਦੀ ਸੇਵਾ ਆਪਣੇ ਹੱਥ ਫੜ ਕੇ ਤੇ ਤੁਸੀਂ ਆਪ ਹੀ ਕਰਵਾ ਲੈਣਾ। ਐਸੀ ਤੁਸੀਂ ਸਤਿਗੁਰੂ ਬਖਸ਼ਿਸ਼ ਕਰ ਦੇਣਾ। ਤੇ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਰੀ ਹੀ ਸਮਾਪਤੀ ਹੈ ਜੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, हह पी होवन हार। हे संतह कै सदा संग, निधारा आधार। हे ठाकुर हऊँ दासरो, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो तरे पार। जो शरदा कर सेवदे, गुर पार उतारन हार। जो शरदा कर सेवदे, गुर पार उतारन हार। वाहिगुरु जी का खालसा, वाहिगुरु जी की फतेह।